ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਰਠ ਮਹੱਲਾ ਨੌਵਾਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਇਹ ਬਾਣੀ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਹੈ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਦੇਖੋ ਪ੍ਰਭੂ ਕਿਸ ਨੂੰ ਕਿਹਾ ਹੈ? ਗੁਰੂ ਸਾਹਿਬ ਨੇ ਆਪਣੇ ਸਤਿਗੁਰ ਨੂੰ ਕਿਹਾ ਹੈ। ਉਸ ਮਾਲਿਕ ਨੂੰ, ਪਰਮਾਤਮਾ ਨੂੰ, ਪ੍ਰਭੂ ਨੂੰ ਤਾਂ ਅਸੀਂ ਦੇਖਿਆ ਨਹੀਂ, ਲੇਕਿਨ ਜੋ ਕੁਛ ਵੀ ਉਹਨਾਂ ਨੂੰ ਮਿਲਿਆ ਸੀ ਆਪਣੇ ਸਤਿਗੁਰੂ ਪਾਸੋਂ ਮਿਲਿਆ ਸੀ। ਆਪਣੇ ਸਤਿਗੁਰੂ ਨੂੰ ਪ੍ਰਭੂ ਕਰਕੇ ਕਹਿ ਰਹੇ ਨੇ ਕਿ ਐ ਮਨ, ਆ ਜਾ ਤੂੰ ਪ੍ਰਭੂ ਦੀ ਸ਼ਰਨ ਵਿੱਚ। ਸਾਡਾ ਮਨ ਜਿਹੜਾ ਬਾਹਰ ਦੀ ਸ਼ਰਨਾਂ ਵਿੱਚ ਗਿਆ ਹੋਇਆ ਹੈ, ਧੀਆਂ ਪੁੱਤਰਾਂ ਦੀ ਸ਼ਰਨ ਵਿੱਚ, ਯਾਰਾਂ ਦੋਸਤਾਂ ਦੀ ਸ਼ਰਨ ਵਿੱਚ, ਰਿਸ਼ਤੇਦਾਰਾਂ ਦੀ ਸ਼ਰਨ ਵਿੱਚ ਗਏ ਅਸੀਂ। ਕਦੀ ਵੀ ਅਸੀਂ ਸਤਿਗੁਰ ਦੀ ਸ਼ਰਨ ਵਿੱਚ ਨਹੀਂ ਆਏ। ਜੇ ਸ਼ਰਨ ਵਿੱਚ ਆਏ ਵੀ ਹਾਂ ਤੇ ਉੱਪਰੋਂ ਆਏ ਹਾਂ, ਕੱਚੇ ਪੱਕੇ ਆਏ ਹਾਂ। ਜੇ ਸ਼ਰਨ ਵੀ ਪਕੜਨੀ ਹੈ ਤੇ ਦ੍ਰਿੜ ਕਰਕੇ ਪਕੜਨੀ ਹੈ। ਸਾਡੀਆਂ ਸ਼ਰਨਾਂ ਕੱਚੀਆਂ ਕਈ ਵਾਰੇ ਟੁੱਟ ਜਾਂਦੀਆਂ ਨੇ। ਗੁਰੂ ਸਾਹਿਬ ਜੀ ਨੌਵੀਂ ਪਾਤਸ਼ਾਹੀ ਜਿਨ੍ਹਾਂ ਦੀ ਬਾਣੀ ਪੜ੍ਹ ਰਹੇ ਆ, ਹਿੰਦ ਦੀ ਚਾਦਰ ਵੀ ਉਹਨਾਂ ਨੂੰ ਆਖਿਆ ਜਾਂਦਾ ਕਿਉਂ ਸਾਡੇ ਮਜ਼ਲੂਮਾਂ ਦੀ ਖਾਤਰ ਉਹਨਾਂ ਨੇ ਕੁਰਬਾਨੀ ਕੀਤੀ। ਉਹਨਾਂ ਦੀ ਬਾਣੀ ਸੁਣ ਰਹੇ ਆ। ਉਹਨਾਂ ਦੀ ਬਾਣੀ ਜਿਹੜੇ ਲਿਖੀ ਹੈ ਸ਼ਬਦ ਗੁਰੂ ਸਾਹਿਬ ਨੇ, ਕਈ ਵਾਰ ਪੜ੍ਹ ਕੇ ਇਸ ਤਰ੍ਹਾਂ ਲੱਗਦਾ ਹੈ, ਮਨ 'ਚ ਵਿਚਾਰ ਆਉਂਦੀ ਹੈ ਕਿ ਪਹਿਲਾਂ ਹੀ ਸਭ ਕੁਛ ਲਿਖ ਕੇ ਇਹ ਜਗ ਮੀਤ ਨਾ ਦੇਖਿਓ ਕੋਈ। ਹੈ ਇਨਸਾਨ, ਦੁਨੀਆ ਵਿੱਚ ਤੇਰਾ ਕੋਈ ਮਿੱਤਰ ਨਹੀਂ, ਕੋਈ ਤੇਰਾ ਸਾਥੀ ਨਹੀਂ। ਅਗਰ ਤੂੰ ਸਾਥੀ ਬਣਾਇਆ ਹੈ ਤੇ ਉਹ ਸਾਥ ਟੁੱਟਣ ਵਾਲਾ ਹੈ, ਪੱਕਾ ਰਹਿਣ ਵਾਲਾ ਨਹੀਂ। ਇਸ ਕਰਕੇ ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰ। ਆ ਜਾ ਤੂੰ ਪ੍ਰਭੂ ਦੀ ਸ਼ਰਨ ਵਿੱਚ। ਬੜਿਆਂ ਦਾ ਉਧਾਰ ਹੋ ਗਿਆ ਸ਼ਰਨ ਵਿੱਚ ਆਉਣ ਦੇ ਨਾਲ, ਤੇਰਾ ਵੀ ਉਧਾਰ ਹੋ ਜਾਏਗਾ। ਹਾਂਜੀ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਕਨਕਾਸੀ ਉਤਰੀ, ਤਾਕੋ ਜਸ ਔਰ ਤਾਰੋ। ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਫਰਮਾ ਰਹੇ ਨੇ ਕਿ ਜੈ ਸਿਮਰਤ ਗਣਕਾ ਸੀ ਉਦਰੀ, ਜਸ ਤਾਂਕਾ ਉਰਦਾਰੋ। ਗਣਕਾ ਦੀ ਮਿਸਾਲ ਦੇ ਕੇ ਗੁਰੂ ਸਾਹਿਬ ਜੀ ਸਮਝਾ ਰਹੇ ਨੇ। ਗਣਕਾ ਹੈ ਕੌਣ ਸੀ? ਗਣਕਾ ਇੱਕ ਬੇਸਵਾ ਸੀ, ਮਾੜੇ ਚੰਗੇ ਕਰਮ ਕਰਦੀ ਸੀ, ਆਪਣਾ ਗੁਜ਼ਾਰਾ ਕਰਦੀ ਸੀ। ਵਕਤ ਦਾ ਕੋਈ ਪਤਾ ਨਹੀਂ, ਵਕਤ ਨੇ ਕਦੋਂ ਬਦਲ ਜਾਣਾ। ਜਿਸ ਨੂੰ ਅੱਜ ਅਸੀਂ ਬਹੁਤ ਚੰਗਾ ਕਹਿ ਰਹੇ ਹਾਂ, ਕੱਲ੍ਹ ਨੂੰ ਮਾੜਾ ਵੀ ਹੋ ਸਕਦਾ ਹੈ। ਔਰ ਜਿਸ ਨੂੰ ਅਸੀਂ ਬਹੁਤ ਮਾੜਾ ਕਹਿ ਰਹੇ ਹਾਂ, ਕੱਲ੍ਹ ਵਕਤ ਉਸ ਨੂੰ ਬਦਲ ਸਕਦਾ ਹੈ, ਕਿਉਂ ਵਕਤ ਕਿਸੇ ਦਾ ਯਾਰ ਨਹੀਂ। ਗੁਰੂ ਸਾਹਿਬ ਜੀ ਫਰਮਾ ਰਹੇ ਨੇ ਕਿ ਜੈ ਸਿਮਰਤ ਗਣਕਾ ਸੀ ਉਦਰੀ, ਜਸ ਤਾਂਕਾ ਉਰਦਾਰੋ। ਬੇਸਵਾ ਦਾ ਕੰਮ ਕਰਦੀ ਸੀ, ਆਪਣਾ ਗੁਜ਼ਾਰਾ ਕਰਦੀ ਸੀ। ਇੱਕ ਦਿਨ ਐਸਾ ਹੋਇਆ, ਮਾਲਕ ਦੀ ਮੌਜ, ਇੱਕ ਮਹਾਤਮਾ ਜੰਗਲ ਦੇ ਵਿੱਚ ਤਪੱਸਿਆ ਕਰਦੇ ਸਨ। ਪਹਿਲੇ ਆਮ ਸਾਧੂ ਮਹਾਤਮਾ ਰਿਸ਼ੀ ਮੁਨੀ ਜੰਗਲਾਂ ਵਿੱਚ ਹੀ ਰਹਿੰਦੇ ਸੀ। ਤਪੱਸਿਆ ਕਰਦਾ ਸੀ। ਇੱਕ ਉਸਨੇ ਆਪਣੇ ਪਾਸ ਤੋਤਾ ਰੱਖਿਆ ਹੋਇਆ ਸੀ ਔਰ ਉਸ ਨੂੰ ਵੀ ਉਸਨੇ ਰਾਮ ਸਿਖਾਇਆ ਹੋਇਆ ਸੀ। ਇੱਕ ਦਿਨ ਬਹੁਤ ਬਾਰਿਸ਼ ਹੋਈ। ਸੋਚਿਆ ਕਿ ਜੰਗਲ ਵੀ ਸਾਡਾ ਗੁਜ਼ਾਰਾ ਨਹੀਂ, ਸਾਡੀ ਕੁਟੀਏ 'ਚ ਪਾਣੀ ਆ ਗਿਆ ਹੈ। ਗੰਗੇ ਰਾਮ ਨੂੰ ਕਹਿੰਦੇ ਆ ਵੀ ਗੰਗੇ ਰਾਮ ਚੱਲ ਕਿਤੇ ਆਪਾਂ ਦੂਰ ਚਲੀਏ, ਜੰਗਲ ਤੋਂ ਬਾਹਰ ਚਲੇ ਜਾਂਦੇ ਹਾਂ। ਜਦੋਂ ਬਾਰਿਸ਼ ਘੱਟ ਹੋ ਜਾਏਗੀ ਫਿਰ ਆ ਜਾਵਾਂਗੇ ਅਸੀਂ। ਲੈ ਕੇ ਤੋਤੇ ਨੂੰ ਤੁਰ ਪਿਆ ਮਹਾਤਮਾ। ਸ਼ਹਿਰ ਵਿੱਚ ਚਲੇ ਗਏ। ਸਾਰਿਆਂ ਦੇ ਦਰਵਾਜ਼ੇ ਬੰਦ ਸੀ। ਹੁਣ ਜਾਣ ਦਾ ਕਿੱਥੇ ਜਾਣ, ਅੱਗੇ ਜਾ ਕੇ ਦੇਖਿਆ ਇੱਕ
दरवाजे की लाइट जगती सी घर की, सोचा कि इत्थों सानू कोई सपोर्ट मिल जाएगी रहन वास्ते। दरवाज़ा खड़काया, बेसवा बाहर आ गई। बेस मैंने सोचा शायद मैनू कोई मिलने वाला आया होना। रात को देखा तो अगे महात्मा जी खड़े सी। क्या महात्मा जी आ जाओ, तुसी अंदर आ जाओ। 2-3 भी नाल लैके कहन लगी, महात्मा जी मैं की सेवा कर सकती हूँ, थोड़ी की सेवा करा? बेटा मेरे बस्तर गिले हो गए हैं, मैनू कपड़े चाहिए सुखे, ये सवेर में सुख जाएंगे। और मेरे पास ये तोता है, इसनों थोड़ी जी तुम चोरी बना दे, खा लेगा, भुखा है सवेर का, कुछ खादा नहीं इसने। बेटा रात कटनी है, असी चले जाना है, आज की रात साड़ी निकल जाए, कल बारिश घट हो जाएगी, असी चले जाना। रात कट्टी, दिन चढ़िया। जदों हर बंदा सोचता है जो कोई गलत काम करता है, किते ना किते उसकी सोच आके रुक जाती है एक बार कि मैं गलत कर रहा है ही गलत है, किते सजा ना मिले मैनू इसकी, किते फड़िया ना जावा मैं। ਉਹਦੇ मन ਵਿੱਚ ਇਹ ਵਿਚਾਰਾਂ ਤੇ ਉੱਠਦੀਆਂ ਸੀ ਜਦੋਂ महात्मा ਦਾ ਹੋਰ ਉਹਨਾਂ ਦੇ ਘਰ ਵਿੱਚ ਆਉਣ ਦੇ ਨਾਲ ਜਿਹੜੀ ਵਾਈਬ੍ਰੇਸ਼ਨ ਕਰਦੀ ਸੀ ਉਹ ਪੋਜ਼ਿਟਿਵ ਹੋ ਗਈ, मतलब सोच बदल गई उसकी। और उसने महात्मा जी ने कहा, बेटा असीं हुण चले जाना, साडा दिन चढ़ आया, असीं दोवें चले आ। सोचती है कि एडे वड्डे महात्मा मेरे घर विच आए ने, शायद मेरा कोई उधार हो जाए, इन्हां पासों मैं माफ़ी मंग लवां अपने कर्मां दी, कीते हुए कर्मां दी, शायद दया कर देणगे मेरे ते, रस्ता दस देंगे। गल च पल्ला पा के खलो गई है, हाथ जोड़ के कि महात्मा जी मैं थोड़े चरणों में बेनती करना चाहनी है, मैं बहुत पापन हाँ, मैं सारी जिंदगी पाप कमाए है, माड़े चंगे कर्म किए है, तुसी मेरे ते दया करो कि मेरे को कर्म छुट जान तो मैं मालक दे लड़ लगा, प्रभु का नाम जपा। महात्मा जी ने उसको जो समझाना सी समझाया, दान नाम दान की दीक्षा दी। और महात्मा जी के मन च दया आई कि होर कोई इसनों सौखा कर दईए। दसिया, बेटा जिहड़ा मेरे पास तोता है ये राम राम बोलता है, जदों सवेरे उठना सो राम राम बुलानी है, राम राम बुलाएगा, ये नाल तेरा दिल लगा रहेगा। अज तो बाद जितने भी तेरे पास आने वाले लोग ने आउंदे, उन्होंने अज तो हाथ जोड़ के कह दे कि मेरे पास इस काम वास्ते किसी नहीं आना। जड़ा तेरे बराबर का होगा उसनों भरा समझी, जड़ा कोई बड़ा होगा पिता बराबर समझी, छोटे नूं बच्चा समझी। बाकी अज तो बाद जो पिछे हो गया सो हो गया। बेशक बंदा गलत कर्म करता है, पता भी होंदा मैं चोरियां ठगियां फरेबकारियां या धोखाधड़ी करता है, पता सब नूं हुंदा, भावें बाहर लोगों को पता होवे या ना होवे, उन्होंने अपने आप नूं पता हुंदा है। अगर बंदा इन्हां दे कर्मां नूं एक्सैप्ट कर लवे, अपने माड़े कर्मां नूं मन लवे कि मैं पापी हाँ, अगे तो नहीं करांगा, तो बंदे का उद्धार हो सकता है, बंदे की मुक्ति हो सकती है, मालक का लड़ लग सकता हो। महात्मा जी उसनूं तोता दे के चले गए गणकां नूं, जिन्हां दी गुरु साहब ने बाणी लिखी हुई है। आप चले गए, आउंदे जांदे उसने उसनूं आवाज़ मारनी, गंगे राम 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 बोलना, उसने दिल लगा रहा, घर का माहौल बदल गया, अपने ख्यालात उसके बदल गए, उधरों ख्यालात हट के मालक के पासे लग गई, वो राम राम करन लग पई, मालक का सिमरन करन लग पई उस पासों हट के। एक दिन ऐसा होया, एक तशक नाग हुंदा है, उसनूं उड़ना सप भी कहते हैं, छोटा जिहा हुंदा है, वो जदों लड़दा है उड़ के लड़दा, बंदे दे मत्थे ते लड़दा है। वो तशक नाग जिहड़ा सी तोते दे पिंजरे विच वड़ गया और तोते नूं लड़ गया, तोता मर चुका सी, विच पिया होया सी। जदों उसकी चुगली लैके गई है गणका, देखा भी तोता सुता होया है, मैं इसनूं उठावां ना, इसका पिंजरा खोल दी हाँ, बाहरों आवाज़ां मारदी है, गंगे राम उठ चोरी खा लै, पर गंगे राम तो है ही नहीं सी।
आखिर उसने पिंजरा खोलिया, उसका हथ पा के उसनों उठालन लगी, बिच तशक नाग बैठा सी, उसनों भी लड़ गया। बाणी विच बहुत सुंदर लिखा है, पलटू हर के नाम से गणका चढ़ी विमान, पारस के प्रसंग से लोहा महंगा बिकान, लोहा महंगा बिकान चूहे से कीमत निकली, चंदन के प्रसंग से चंदन बई भन की लकड़ी, पलटू हर के नाम से गणका चढ़ी विमान। हरि दा नाम जपण दे नाल एक माड़े कर्म करने वाली उसनूं आकाश तो देवते लैण वास्ते आए, विमान लैण वास्ते आया। उसनूं उडन खटोला कहते हुंदे सी पहले उसनूं, कि उपरों देवते लैण वास्ते आए। किस करके? उन प्रभु की शरण विच गई सी। प्रभु की शरण विच जाण दे नाल उसका उद्धार होया, वरना जे वो बेसवा बनी रहिंदी फिर थोड़े होण लगा सी उसका उद्धार। गुरु साहब जी गणका की मिसाल दे के समझा रहे, सानू समझा रहे हैं। उन्होंने समा बीत चुका है, महाराज जी बाणियां लिख गए है, ये साढ़े समझाउण वास्ते उन्होंने लिखी है कि समझ लैणगे, पढ़नगे, कुछ असर करनगे। जो गुरु साहब ने बाणियां में लिखिया है उन्होंने कोई मुल नहीं है, कोई एक एक बचन उन्होंने बड़ा कीमती है। गुरु साहब जी फरमा रहे ने कि गणका चढ़ी विमान गई है, पलटू हर के नाम से गणका चढ़ी विमान, पारस के प्रसंग से लोहा महंगा बिकान। पारस अगर लोहे नू लग जाता है तो सोना बन जाता है। पारस के प्रसंग से लोहा महंगा बिकान, लोहा महंगा बिकान चूहे से कीमत निकली। पहले कीमत नहीं बनी सोने की, जदों उहदे नाल जुड़िया पारस के नाल फिर सोना बनिया। असी भी माड़े हैं, लोहे हैं, सारे माड़े कर्म कीते हैं। अगर सतगुरु ऐसा कोई पारस मिल जाए सानू जिस तरह नाम की कमाई की होवे, तो असी भी अपने देश जा सकते हैं, साड़ा भी भला हो सकता है। पारस के प्रसंग से लोहा महंगा बिकान चूहे से कीमत निकली, चंदन के प्रसंग से चंदन भई भन की लकड़ी। चंदन की मिसाल दे के गुरु साहब जी समझाते हैं कि चंदन का रुख जंगलों में होंदा है, बिरले बिरले जंगल ने जिथे चंदन होंदा है, बहुत महंगा होंदा है। उस दे विच ठंडक है। जदों कई बार सप दे विच अग्नि तत्त बहुत होंदा है, जिहड़ा सप होंदा जमीन विच रहिंदा है, इस दे विच अग्नि तत्त बहुत होंदा है। जदों इन्हां नूं गर्मी लगदी है फिर उहदे चंदन दे दुआले जाके लपेटा मारते अपनी उस गर्मी नूं मिटाउण वास्ते। चंदन दे लागे कोई भी रुख होवेगा, उस दे विचों चंदन की खुशबू आनी शुरू हो जाएगी। चंदन के प्रसंग से चंदन भई भन की लकड़ी। अगर असी भी चंदन के पास जावांगे, चंदन साडा सतगुरु है, चंदन तो नहीं बन सकते लेकिन साढ़े च उहदे गुण जरूर आउणगे। साढ़े ख्यालात नूं बदल सकता है, पर अगर उहदी असी गल सुनांगे, सानूं सुनाउण वास्ते आए ना हो, अगर नहीं तो फिर है ही जो असी है ही हैं। चंदन के प्रसंग से चंदन भई भन की लकड़ी। लेकिन कुछ रुख ऐसे भी ने, बेशक उन्हें चंदन के मुढ़ ला दो जाके, उहदे च खुशबू नहीं आएगी। वो केड़ा रुख है? बांस का रुख है। बांस नूं जिथे मर्जी ला दो, चंदन के मुढ़ च ला दो, नहीं उसका सुभाव बदलेगा। कहने का भाव मनमुख जीव। असी मनमुख जीव है, बेशक असी संतां दे पास भी रहिए। हजूर महाराज जी ये बचन, जे मेरी मर्जी नहीं तो मेरे नाल गोडे नाल गोडा ला के बैठा रहे, की लै लेगा मेरे को? की लै लेगा? मेरे नाल क्यों ना बैठा रहे? नहीं मेरी मर्जी, नहीं मिलेगा। ये जरूरी नहीं है कि जिहड़े अगे बैठे हुंदे आ
बहुत ज़्यादा प्यार लेंदे आ। हजूर महाराज दसते हुंदे सी शेर की निगाह बहुत दूर तक जाती है, बहुत दूर तक दिखता है शेर। कोई पिछे भी क्यों ना बैठा हो, कितने भी क्यों ना बैठा हो। मिसाल अपनी सी महाराज जी की जो दसते सी कि पिछले वाले कितने उदास ना हो के आखन पे असी नेड़े नहीं है। दिल तो नेड़े होना चाहिए, अंदरों नेड़े होना चाहिए। लखां कोहां ते जी बैठा होवे, अपने सतगुरु नूं याद करे, कोई औखी भारी बनी है, सच्चा प्यार होवे, शब्द स्वरूपी सतगुरु होवे, लखां कोहां ते जाके शब्द स्वरूप होकर उसकी संभाल करेगा। लाख कोस ते गुर बसे दीजे सुरत पठाए, शब्द तुरी असवार होए छिन आवे छिन जाए। शब्द की घोड़ी ते बैठ के एक सेकंड में अपने सतगुरु की संभाल करेगा। ऐसा सतगुरु सानू चाहिए। सो चंदन की मिसाल मैं दे रहा सी कि चंदन के प्रसंग से चंदन भई बन की लगड़ी। कुछ ऐसे भी रुख ने कि जिन्होंने चंदन का कोई असर होंदा ही नहीं। कहने का भाव मनुष्य जन्म। कितने ही सत्संग सुने होणगे असी महाराज जी के जदों तो असी नामदान लिया है, साढ़े च कोई फर्क आया? कोई फर्क नहीं आया। सिर्फ नाम दे सत्संगी हो गए। अपने आप को बदलने की कोशिश नहीं की। की फर्क होया? बगैर मैडिटेशन तो मैं बार बार कहना है, मैडिटेशन बैठना बहुत ज़रूरी है। मैडिटेशन इज मस्ट फॉर एवरीबॉडी। पर रोज़ रोज़ बैठना, सानू कोई नींद आवे, झपकी आ जाए, चाहे मन ना लगे, हजूर महाराज के बचन तुम बैठ जाओ, फायदे लवाओ अपनी। कई बार बंदा कोई ठीक ही नहीं होंदा, वैसे भी उन्होंने नींद आ सकती है। भजन ते बैठे ये नींद जड़ी है, नींद निशानी मौत की, उठ कबीरा जाग। किसी वेले नींद आ सकती है बैठिया नूं। अगर कोई लागे बैठा तो उसनूं उठा दिओ। अगर कोई सत्संग में सौ गया है, नींद आ सकती है, पर उसनूं भी उठा दिओ, हथ मार के, जाग भाई उठ। अगर कोई चंगा अगे होएगा तो धन्नवाद करेगा, शुक्र है तो मैनूं उठा लिया। तो मैनूं जे कोई ओहो जिहा होएगा तो कहो मैं तो जागदा, तूं क्यों मैनूं उठाया, मैं तो पहले ही जागदा। आ सकती है नींद। बगैर मैडिटेशन तो बंदा चेंज नहीं हो सकता है। यदि आत्मा भी उपर रहनगियां साडियां, उपर साडा बोल चल रहेगा। सबको मिठा बोल तेरे भले की कहूँ, स्वामी जी महाराज ने लिखिया। सबको मिठा बोल तेरे भले की कहूँ। मिठत नीवी नानका गुण चंगियाइयां तत्। मिठत नीवी नानका गुण चंगियाइयां तत्। ये सारे गुण एक बहुत अच्छा है। मिठा बोलना, साधु महात्मा मिठा बोल के सारे नूं मोह लेंदे। की देंदे किसी नूं? एक बोल के ही अपना बना लेंदे। सानूं असीं नहीं किसी नूं बना सकते अपना। गुरु साहब जी इस शब्द के अंदर सानूं मालिक दे नाल जोड़ रहे हैं, सतगुरु दे नाल जोड़ रहे हैं कि जे गणका दा भला हो सकता है, माड़े कर्म करती सी ते असी साध संगत विच आवांगे तो साडा भला नहीं होएगा, साडा भी भला जरूर होएगा। जो गुरु साहब जी इस शब्द के अंदर समझा रहे हैं, ठीक समझा रहे हैं। हाँ जी। ये सिमरत गण काशी उदरी, ताको जस और तारो, अटल प्यो तू जाके सिमरन, और निरपै पद पाया। गुरु साहब जी बड़े प्यार के नाल फरमा रहे हैं, ध्रुव भगत की मिसाल दे के समझा रहे हैं। ध्रुव भगत होया, बड़ी बंदगी की उसने और राज भी किया। ध्रुव भगत राजे का पुत्र सी। उस राजे दियां दो रानियां सी। बड़ी जो रानी सी उसका ध्रुव सी, छोटी दी जब कोई बच्चा है सी, वो नाम कोई होर सी।
ਛੋਟੀ ਰਾਣੀ ਜਿਹੜੀ ਹੈ ਉਹ ਧਰੂਵ ਦੇ ਨਾਲ ਈਰਖਾ ਕਰਦੀ ਸੀ ਵੀ ਇਹ ਕਿਉਂ ਰਾਜੇ ਕੋਲ ਆਉਂਦਾ ਹੈ, ਕਿਤੇ ਰਾਜਾ ਇਸ ਨੂੰ ਰਾਜ ਨਾ ਦੇ ਦੇਵੇ। ਈਰਖਾ ਪਹਿਲੇ ਤੋਂ ਚਲਦੀਆਂ ਆਈਆਂ ਨੇ। ਇੱਕ ਦਿਨ ਧਰੂਵ ਖੇਡਦਾ ਖੇਡਦਾ ਆਪਣੀ ਪਿਤਾ ਦੀ ਗੋਦ ਵਿੱਚ ਜਾ ਬੈਠਾ। ਛੋਟੀ ਰਾਣੀ ਨੇ ਦੇਖਿਆ, ਬਰਦਾਸ਼ਤ ਨਹੀਂ ਕੀਤਾ, ਫੜ ਕੇ ਬਾਹੋਂ ਬਾਹਰ ਕੱਢ ਦਿੱਤਾ। ਤੂੰ ਇੱਥੇ ਬੈਠ ਨਹੀਂ ਸਕਦਾ, ਕਿੱਦਾਂ ਬੈਠਾ ਤੂੰ ਆ ਕੇ ਇੱਥੇ। ਹੁਣ ਬੱਚਾ ਸੀ, ਰੋਂਦਾ ਰੋਂਦਾ ਬਾਹਰ ਚਲਾ ਗਿਆ। ਉਹ ਆਪਣੀ ਮਾਂ ਦੇ ਪਾਸ ਗਿਆ, ਮਾਂ ਨੂੰ ਪੁੱਛਿਆ, ਮਾਂ ਤੂੰ ਰਾਜੇ ਦੀ ਰਾਣੀ ਹੈ ਕਿ ਨੌਕਰਾਣੀ ਹੈ? ਕਿਹਾ ਬੇਟਾ ਤੂੰ ਗੱਲ ਦੱਸ, ਗੱਲ ਕੀ ਹੈ? ਛੋਟੀ ਮਾਂ ਨੇ ਮੈਨੂੰ ਅੱਜ ਬਹਿਣ ਨਹੀਂ ਦਿੱਤਾ, ਆਪਣੇ ਪਿਤਾ ਦੀ ਗੋਦ ਵਿੱਚ ਗਿਆ ਬੈਠਾ ਸੀ ਮੈਂ ਪਿਆਰ ਲੈਣ ਵਾਸਤੇ, ਨਹੀਂ ਬੈਠਣ ਦਿੱਤਾ, ਉਹਨੇ ਮੈਨੂੰ ਕੱਢ ਦਿੱਤਾ ਬਾਹਰ। ਸਿਆਣੀ ਸੀ ਬੜੀ, ਕਹਿਣ ਲੱਗੀ ਬੇਟਾ ਉਸ ਗੋਦ ਵਿੱਚ ਬੈਠਣ ਵਾਸਤੇ ਤਪ ਦੀ ਲੋੜ ਹੈ, ਤੇਰਾ ਤਪ ਘਟਿਆ। ਕਹਿੰਦੇ ਤਪ ਕਿਸ ਤਰ੍ਹਾਂ ਬਣਦਾ ਹੈ? ਕਹਿੰਦੇ ਤਪੱਸਿਆ ਦੇ ਨਾਲ ਤਪ ਬਣੇਗਾ ਤੇਰਾ। ਛੋਟਾ ਸੀ, ਮਨ ਵਿੱਚ ਗੱਲ ਬੈਠ ਗਈ ਕਿ ਜੰਗਲ ਵਿੱਚ ਚਲਦੇ ਆ, ਜਾ ਕੇ ਤਪੱਸਿਆ ਕਰਦੇ ਆ, ਮੇਰਾ ਤਪ ਬਣ ਜਾਏਗਾ। ਰਾਤ ਰਾਤ ਕਿਤੇ ਨਿਕਲ ਗਿਆ, ਦੂਰ ਜਾ ਨਿਕਲਿਆ, ਕਿਤੇ ਜਾ ਕੇ ਤਪੱਸਿਆ ਕਰਨ ਲੱਗ ਪਿਆ। ਥੋੜਾ ਸਮਾਂ ਬੀਤ ਗਿਆ। ਅਕਸਰ ਬੇਟਾ ਤੇ ਰਾਜੇ ਦਾ ਸੀ, ਉਸ ਨੂੰ ਵੀ ਪਿਆਰ ਤੇ ਹੈ ਹੀ ਸੀ। ਜੇ ਰਾਣੀ ਨੂੰ ਛੋਟੀ ਨੂੰ ਪਿਆਰ ਨਹੀਂ ਸੀ, ਉਹਨੂੰ ਤੇ ਪਿਆਰ ਹੈ ਹੀ ਸੀ ਪਿਤਾ ਦੇ ਨਾਲ। ਕਾਫੀ ਦਿਨ ਹੋ ਗਏ। ਆਪਣੇ ਅਹਲਕਾਰਾਂ ਨੂੰ ਬੁਲਾਇਆ, ਫਿਰ ਜਾਓ ਧਰੂਵ ਨੂੰ ਲੱਭ ਕੇ ਲਿਆਓ, ਜਿੱਥੇ ਵੀ ਹੈ ਜੰਗਲ ਦੇ ਵਿੱਚ, ਤੇਰਾ ਬਾਪ ਬੁਲਾ ਰਿਹਾ, ਆ ਜਾ ਵਾਪਸ, ਤੈਨੂੰ ਮੈਂ ਅੱਧਾ ਰਾਜ ਦੇ ਦਿਆਂਗਾ। ਚਲੇ ਗਏ ਜੰਗਲ ਵਿੱਚ, ਲੱਭ ਲਿਆ ਉਸਨੂੰ, ਧਰੂਵ ਨੂੰ। ਬੰਦਗੀ ਕਰ ਰਿਹਾ ਸੀ। ਉਸ ਨੂੰ ਜਾ ਕੇ ਕਿਹਾ, ਧਰੂਵ ਤੇਰਾ ਪਿਤਾ ਬਹੁਤ ਪਰੇਸ਼ਾਨ ਹੈ, ਰਾਜਾ ਤੈਨੂੰ ਉਸਨੇ ਯਾਦ ਕੀਤਾ ਹੈ, ਤੂੰ ਚੱਲ ਵਾਪਸ। ਨਾਲ ਇਹ ਵੀ ਕਿਹਾ ਹੈ ਕਿ ਅੱਧਾ ਰਾਜ ਦੇ ਦਿਆਂਗਾ। ਸੋਚਦਾ ਹੈ ਅਜੇ ਮੈਂ ਥੋੜੀ ਜਿਹੀ ਭਗਤੀ ਕੀਤੀ, ਮੈਨੂੰ ਰਾਜ ਵੀ ਮਿਲਣ ਲੱਗ ਪਿਆ, ਮੈਂ ਹੋਰ ਕਰਾਂਗਾ ਤਾਂ ਫਿਰ ਕੀ ਮਿਲੇਗਾ। ਨਹੀਂ ਜਾਣਾ, ਜਵਾਬ ਦੇ ਦਿੱਤਾ ਉਹਨੇ, ਜਾਓ ਕਹਿ ਦਿਓ ਪਿਤਾ ਜੀ ਨੂੰ ਮੈਂ ਨਹੀਂ ਆਉਣਾ, ਮੈਂ ਤਪ ਕਰਨਾ ਹੈ, ਮੇਰਾ ਤਪ ਨਹੀਂ ਹੈਗਾ, ਮੈਂ ਤੇਰੀ ਗੋਦ ਵਿੱਚ ਨਹੀਂ ਬੈਠ ਸਕਦਾ। ਚਲੇ ਗਏ, ਜਾ ਕੇ ਉਹਨੂੰ ਜਵਾਬ ਦੇ ਦਿੱਤਾ ਕਿ ਬਾਦਸ਼ਾਹ ਨਹੀਂ ਆਇਆ, ਕਹਿੰਦਾ ਮੈਂ ਨਹੀਂ ਜਾਣਾ। ਸਮਾਂ ਬੀਤਦਾ ਗਿਆ। ਕੁਛ ਚਿਰਾਂ ਬਾਅਦ ਫਿਰ ਉਹਨੇ ਕਿਹਾ ਜਾਓ ਹੁਣ ਬੁਲਾ ਕੇ ਲਿਆਓ, ਸ਼ਾਇਦ ਮੰਨ ਜਾਵੇ। ਔਰ ਉਸਨੂੰ ਇਹ ਕਹਿ ਦਿਓ ਵੀ ਚੱਲ ਤੂੰ ਪੂਰਾ ਹੀ ਰਾਜ ਲੈ, ਸਾਰਾ ਹੀ ਰਾਜ ਸਾਂਭ ਤੂੰ, ਪਰ ਆ ਜਾ, ਵਾਪਸ ਆ ਜਾ। ਫਿਰ ਲੱਭਿਆ ਉਸਨੂੰ ਜਾ ਕੇ ਜੰਗਲ ਦੇ ਵਿੱਚੋਂ ਕਿ ਬਾਦਸ਼ਾਹ ਤੈਨੂੰ ਬੁਲਾ ਰਿਹਾ, ਤਾਂ ਨਹੀਂ ਜਾਣਾ, ਮੈਂ ਤਪ ਕਰਨਾ ਹੈ। ਪਰ ਬਾਦਸ਼ਾਹ ਨੇ ਕਿਹਾ ਕਿ ਮੈਂ ਸਾਰਾ ਹੀ ਤੈਨੂੰ ਰਾਜ ਦੇ ਰਿਹਾ, तो वापस आ जा। देखो अक्सर पिता माता पिता तो माता पिता ही होंगे है, ਉਹਦੇ 'ਚ ਮੋਹ ਤਾਂ ਹੈ ਹੀ ਸੀ ਰਾਜੇ ਦਾ। ਉਸ ਦੀ ਮਿਸਾਲ ਦੇਖ ਕੇ ਗੁਰੂ ਸਾਹਿਬ ਜੀ ਸਮਝਾ ਰਹੇ ਨੇ ਕਿ ਅਟਲ ਭਇਓ ਧਰੁ ਜਾਂ ਕੇ ਸਿਮਰਨ ਔਰ ਨਿਰਭੈ ਪਦ ਪਾਇਆ। ਬੰਦਗੀ ਵੀ ਕੀਤੀ, 36,000 ਬਰਸ ਰਾਜ ਵੀ ਕੀਤਾ। ਧਰੁ ਨੇ ਕਿਸ ਨੇ ਕਰਵਾਇਆ? ਹੁਣ ਦੇਖੀਏ ਇੱਥੇ ਆ ਕੇ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਪ੍ਰਭੂ ਦੀ ਸ਼ਰਨ ਵਿੱਚ ਗਿਆ, ਤਪ ਬਣਿਆ, ਕਰਮ ਉੱਚਾ ਹੋਇਆ ਤੇ ਰਾਜ ਵੀ ਮਿਲ ਗਿਆ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰ। ਅਗਰ ਸਾਡਾ ਕਰਮ ਘੱਟ ਹੈ ਤਾਂ ਪ੍ਰਭੂ ਦੀ ਸ਼ਰਨ ਵਿੱਚ ਜਾਵਾਂਗੇ, ਅਸੀਂ ਸਾਡਾ ਕਰਮ ਵਧੇਗਾ। ਅੱਜ ਅਸੀਂ ਬੈਠੇ ਹਾਂ ਸਾਰੇ ਬਾਬਾ ਜੀ ਦੇ ਦਰਬਾਰ ਵਿੱਚ, ਗੁਰਬਾਣੀ ਸੁਣ ਰਹੇ ਹਾਂ, ਜੋ ਸੰਤਾਂ ਮਹਾਂਪੁਰਸ਼ਾਂ ਨੇ ਬਚਨ ਲਿਖੇ ਆ ਸੁਣ ਰਹੇ ਹਾਂ।
ਉਹ ਮਾਲਕ ਲਿਖਣ ਵਾਲਾ ਇਹੋ ਲਿਖੇਗਾ ਨਾ ਕਿ ਮੇਰੀ ਯਾਦ ਵਿੱਚ ਬੈਠੇ, ਮੇਰੀ ਮਹਿਮਾ ਹੋ ਰਹੀ ਹੈ, ਸੁਣ ਰਹੇ ਨੇ। ਇਹ ਟਾਈਮ ਵੀ ਤਾਂ ਲਿਖਿਆ ਜਾਏਗਾ ਸਾਡਾ, ਜਿਤਨਾ ਚਿਰ ਬੈਠੇ ਹਾਂ ਅਸੀਂ। ਅਗਰ ਮਾੜੇ ਕਰਮਾਂ ਦੀ ਸਾਨੂੰ ਸਜ਼ਾ ਮਿਲਣੀ ਹੈ ਤਾਂ ਚੰਗੇ ਕਰਮ ਦਾ ਸਾਨੂੰ ਫਾਇਦਾ ਵੀ ਤਾਂ ਹੋਣਾ, ਇਹੋ ਲਿਖਿਆ ਜਾਏਗਾ। ਤਪ ਬਣਦਾ ਹੈ ਸ਼ਰਨ ਵਿੱਚ ਜਾ ਕੇ, ਭਜਨ ਸਿਮਰਨ ਦੇ ਨਾਲ ਤਪ ਬਣਦਾ ਹੈ। ਗੁਰੂ ਸਾਹਿਬ ਨੇ ਬਾਣੀ ਵਿੱਚ ਫਰਮਾਇਆ, ਅਟਲ ਭਇਓ ਤਰੂ ਜਾ ਕੇ ਸਿਮਰਨ। ਸਿਮਰਨ ਕਿਸ ਦਾ ਕੀਤਾ ਸੀ? ਪ੍ਰਭੂ ਦਾ। ਕਿਹੜੇ ਪ੍ਰਭੂ ਦਾ ਸਿਮਰਨ ਕਰਨਾ? ਕਿਹੜੇ ਰਾਮ ਦਾ ਸਿਮਰਨ ਕਰਨਾ ਹੈ? 4 ਕਿਸਮ ਦੇ ਰਾਮ ਨੇ। ਕਿਹੜੇ ਰਾਮ ਨੂੰ ਮੰਨੀਏ ਸੀ? एक राम दशरथ का बेटा, एक राम घट घट में लेटा, एक राम का सगल पसारा, एक राम तीनों हिस्से न्यारा। तिना तो न्यारा राम है। वो किहड़ा राम है? रमतीता राम। इक्को सिमरिए नानका जो जल थल रिया समाए, दूजा कानू सिमरिए जो जम्मे ते मर जाए। असी उस राम नूं सिमरना है जिहड़ा जन्म मरण विच नहीं आउंदा। वो शब्द सरूपी साधु महात्मा। असी की सोचते हैं कि बाबा जी चले गए, आ मिट्टी है, ये तो हर एक ने छड्डनी है। संतां दा दुनिया तो जाण तो बाद साधु महात्मा जिहड़े पूर्ण कमाई वाले, नाम की कमाई वाले, उन्हां दा असली स्वरूप शब्द स्वरूप है। ये देह साडे वास्ते धारी सी, उन्हां सानूं समझाउण वास्ते धरी दिए गुर की मनुख ने, ज्यों त्यों तेरा करे कल्याण। ये साढ़े कल्याण वास्ते धरी दे, उन्होंने सानू समझाउण वास्ते आए सी, बात सुनाउण वास्ते आए सी। आओ मेरी बात सुनो, जो मैं कहना मनो। लेकिन बकत गवा बैठे सी, नहीं मन्निया गया साडे कोलों। अज पछतावा, बखत बीतन तो बाद सिर्फ एक पछतावा ही रह जाता बंदे दे पास, और कुछ नहीं रह जाता। सो ध्रुव भगत की मिसाल देख के मैं समझा रहा सी कि प्रभु की शरण में जाण दे नाल कितना बड़ा तप बनया उसका। 36,000 वर्ष राज किया, और पहले राजे जोगी भी हुंदे सी, जोग भी कमाउंदे सी नाल ते राज भी करते सी। त्रो सगलान जप्यो हर नामो, पायो अटल अनुपम ठामो। त्रो राजे ने नाम जपया, वो भी देश मिलया उसनों। पायो अटल अनुपम ठामो, वो देश मिलया, अटल देश भी मिलया, और उसने नाम भी जपया तो राज भी किया। सिमर पवन सुत पावन नामो, अपने बस कर रखियो रामो। रामचंद्र जी महाराज दी हनुमान नाल कोई दोस्ती नहीं सी। सिमर पवन सुत पावन नामो, पवन सुत हनुमान नूं किया है, अपने बस कर रखियो रामो। अपने बस विच किता होया सी राम नूं उसने। त्रो सगलान जप्यो हर नाम, पायो अटल अनुपम ठामो। जो गुरु साहब जी समझा रहे ने, वो अटल देश भी मिलया, सचखंड देश जिथे असी रहन वाले हैं, जिथे असी जाना है। लेकिन दुनिया ते राज भी किया है। हाँ जी। अटल प्यो त्रू जाके सिमरन, और निरपै पद पाया। दुख हरताए बिद को स्वामी, तै काहे बिसराया। गुरु साहब जी बड़े प्यार दे नाल फरमा रहे ने, वो साडे ऐसे दुखों का नाश करने वाला है। सानू अपने देश ले जाने वास्ते आया है, सानू इस काल दे देश तो कड्ढण वास्ते आया है। दुख हरता है बिद को स्वामी, तै काहे बिसराया। अगर इतना कोई साडा हो जाता तो क्यों उसनूं बसार के बैठे हुए असी, उसनूं क्यों नहीं असी अपनाउंदे, अपना करते बनाउंदे। दुख हरता ये बिद को स्वामी, तै काहे बिसराया। किस वास्ते असी बसारिया होया उसनूं, क्यों नहीं उसनूं असी याद करते। असी प्रभु की शरण में क्यों नहीं जाते।
ਅਸੀਂ ਵੀ ਜਾਵਾਂਗੇ ਤੇ ਸਾਡਾ ਵੀ ਉਦਾਰ ਜ਼ਰੂਰ ਹੋਏਗਾ। ਜੋ ਗੁਰੂ ਸਾਹਿਬ ਜੀ ਬਾਣੀਆਂ ਦੁਆਰਾ ਸਮਝਾ ਰਹੇ ਨੇ, ਬਹੁਤ ਹੀ ਇੱਕ ਸਧਾਰਨ ਤਰੀਕੇ ਨਾਲ, ਸਿਸਟਮੈਟਿਕਲੀ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਤੁਕ ਬਾਈ ਤੁਕ ਸਾਨੂੰ ਸਮਝਾਉਂਦੇ ਆ ਰਹੇ ਨੇ ਕਿ ਆ ਜਾ ਪ੍ਰਭੂ ਦੀ ਸ਼ਰਨ ਵਿੱਚ। ਬੜੇ ਬੜਿਆਂ ਦਾ ਉਧਾਰ ਹੋ ਗਿਆ, ਗਣਕਾਂ ਦਾ ਉਧਾਰ ਹੋ ਗਿਆ, ਧਰੂਪ ਭਗਤ ਦਾ ਉਧਾਰ ਹੋ ਗਿਆ, ਤੇਰਾ ਵੀ ਉਧਾਰ ਹੋ ਜਾਏਗਾ। ਹਾਂਜੀ। दुख हरताए बिद को स्वामी, तै काहे बिसराया। जब ही शरण गही कृपा निध, गज गराते छूटा। गुरु साहब जी बड़े प्यार के नाल फरमा रहे ने, जब ही शरण गही कृपा निध गज गराते छूटा। बाणियां असी रोज़ पढ़ रहे हैं, रोज़ पढ़ रहे हैं, सुन रहे हैं, सानू ये नहीं पता लगता कि गुरबाणी सानू समझा की रही है। जब ही शरण गही कृपा निध गज गराते छूटा। छोटी जी एक साखी है। एक राजे के दरबार विच पंडित कथा करता सी। उसके दो बेटे सी, वो भी इस पासे लगे हुए सी, कथा छोटी मोटी करते सी। पंडित का निधन हो गया। बादशाह ने सोचा कि इसके दो बेटे बड़े सियाने ने, वो भी कथा कर लेंदे है, उन्होंने क्यों ना मैं रख लवां। दोवें बेटे कथा ते रख ले। एक थोड़ा ज़्यादा सियाना सी, एक थोड़ा जिहा घट सी। राजे ने जदों उन्होंने कोई चीज़ देनी, एक नूं वध देनी, एक नूं थोड़ी घट देनी, जो भी दिंदा सी उन्होंने कथा के इवज विच जो भी दिंदा सी उन्होंने, उन्हें आपस में दोहां की लड़ाई होंदी सी, लड़ते सी। एक का नाम ब्रह्मा सी, एक का नाम होता सी, होता। उन्हें दोवां ने बहुत लड़ना आपस में। उन्हें कहना कि तू मेरे मगर मगरमच्छ वांगू पिया होया, उन्हें कि तू मेरे मगर हाथी वांगू लगा है, कदों मेरी जान छड्डेगा तू। आपस में लड़ना होना, जिहड़ी रसद दिंदा सी राजा उन्होंने। एक दिन ऐसा होया दोवां दा भी, उन्हां दा भी अंत समा आ गया, वो भी दुनिया तो चले गए। पिछले कर्म साडे नाल रहिंदे है, जो मर्जी असीं करिए, जितने भी जो साडे इत्थे दुनिया में संजोग बने ने, पिछले कर्मां दा जरूर कोई साडा लिंक हुंदा है इहदे नाल। किसी दा असीं देना हुंदा, किसी को लैना, लैना तो बहुत घट हुंदा, बंदे ने देना ही हुंदा है। जिहदा जिहदा संजोग हुंदा है, संजोग बस हो के वो जीव घर विच आ जांदे ने। पिछले कर्मां दे अनुसार साडा जिहदा लैना, जिहदा कोई नहीं लैना देना, उहदा कुछ भी नहीं हुंदा दुनिया ते, कल्ला ही हुंदा है। सो ये उन्हां दा जिहड़ी लड़ाई सी दोहां दी, आखिर दोवां मरण तो बाद एक हाथी बनिया, एक मगरमच्छ बनिया। एक दिन ऐसा होया, हाथी जड़ा सी वो भी जवान होया सी। मगरमच्छ ते जल दा जानवर जड़ा बहुत ताकतवर जानवर है, उसकी पकड़ बहुत मजबूत है। थल दा जानवर हाथी, जमीन ते हिरन वाला, वो पानी च रहने वाला। प्यास लगी हाथी नूं, चला गया पानी पीने वास्ते। पानी पीने वास्ते ते बैर ते दोवां दा पिछला है ही सी। उसने उसे लत पकड़ ली। हुण वो खिंचदा पानी वाल नूं, वो बाहर नूं खिंचदा है, नहीं छड्डदा मगरमच्छ उसनूं। पिछला बैर सी उन्हां दा। आवाज़ां मारदा है, या गोबिंद राख शरण अब तो जीवन हारे। आवाज़ां मारदा है मालक नूं, प्रभु की शरण विच जांदा है। जा गोबिंद राख शरण अब तो जीवन हारे। आवाज़ आई, तो की लैण गया सी? पानी विच तो की लैण गया सी?
नीर पीन हित गयो सिंध के किनारे, सिंध बिच एक गरा बस्त टांग धर पछारे, जा गोबिंद राख शरण अब तो जीवन हारे। कि मालिक मैं हार चुका, ये नहीं छड़दा, मेरे ते दया करो, मैनू बचाओ। उस वेले सुदर्शन चक्कर चलिया, विष्णु महाराज का तो जबाड़ा पाड़ दिता उहदा, आखिर जान छुट गई, मौत के मूँह विचों कट लिया। फिर किस तरह निकलिया? जे वो याद ना करता उस मालिक नूं, प्रभु की शरण विच ना जांदा, तो उन्होंने मगरमच्छ छड्डदा नहीं सी। जब ही शरण गही किरपा निध गज गरा ते छूटा, गज कहंदे हाथी नूं, गरा कहंदे मगरमच्छ नूं। जदों प्रभु की शरण विच गया, छुट गया। असीं भी प्रभु की शरण में रवांगे, मालिक की शरण में रवांगे, तो सानू भी ये छुड़ा लैणगे बाबा जी, खाल दे देश चों कढ़ लैणगे, सानू लै जाणगे, सानू खाल दा। जेकर हाथी का उद्धार हो सकता तो साडा नहीं होएगा। गुरु साहब जी जो बाणियों द्वारा समझा रहे हैं, हर तरह की मिसाल दे के सानू समझा रहे हैं कि जब ही शरण गही किरपा नित गज करा ते छूटा। प्रभु की शरण में जाना पड़ेगा। जो पहले तुक जी गुरु साहब ने लिख दिता है, मन रे प्रभु की शरण विचारो। उस दी मिसालां दे के गुरु साहब जी हुण सानू समझाउंदे आ रहे हैं। हाँ जी। जब ही शरण गही किरपा निध गज गराहते छूटा, महिमा नाम कहाँ लो बरनू, राम कहत बंधन तह टूटा। गुरु साहब जी बड़े प्यार दे नाल फरमा रहे ने, ए मालिक तेरे नाम की की महिमा करिए असी। एक तेरा नाम जपण दे नाल, सिमरन करन दे नाल बड़िया बड़िया दा उद्धार हो गया है। महिमा नाम कहाँ लग वरनू, राम कहत बंधन ते टूटा। कि प्रभु का नाम लैण दे नाल जे हाथी बंधना तो आज़ाद हो सकता, तो असी आज़ाद नहीं हो सकते। असी अपने मालिक के पास नहीं जा सकते। इत्थे असी बंधना विच नहीं वजे हुए सारे। असी कोई जीव सुखी है इत्थे, किसी ने कोई दुख है, किसी ने कोई दुख है, किसी ने कोई दुख है। कोई तो तन मन दुखी, कोई चित्त उदास। एक एक दुख सबन को, सुखी संत का दास। कोई बिरले बिरले बंदगी करके किते ओले होके उन्हें सुख लै लिया, वरना सुख है कित्थे इत्थे। कौन हस रहा दुनिया दे विच, कौन खुश है? दो पल की खुशी है, मगर दुख का सुनिया भी मगर ही आ रहा है। कित्थों जीव सुख ले लेगा? कौन खुश हो रहा है? जा तो कोई दीवाना हंसे, या तू जिसे तौफीक दे। वरना इस दुनिया में आखिर मुस्कुराता कौन है? कित्थे खुशी है? कित्थे लभ रहे हैं? जिथे खुशी है उधर नूं असी नहीं जा रहे, दुखों वाल नूं जा रहे हैं असी। दुख तो सानूं मिलेगा ही मिलेगा। फिर सानूं गुरु साहब जी फरमा रहे ने, ऐ मालिक तेरे नाम की की महिमा करिए। कोई महिमा हो नहीं सकती तेरे नाम की। महिमा नाम कहाँ लग बरनो, राम कहत बंधन ते टूटा। बंधना तो आज़ाद हो गया हाथी, की तेरी महिमा करिए असी। हाँ जी। महिमा नाम कहाँ लग बरनू, राम कहत बंधन तह टूटा। अजमल पापी जग जाने, निमक माहे निस्तारा। गुरु
ਗੁਰੂ ਸਾਹਿਬ ਜੀ ਬੜੇ ਪਿਆਰ ਦੇ ਨਾਲ ਸਮਝਾ ਰਹੇ ਨੇ, ਅਜ਼ਾਮਲ ਦੀ ਮਿਸਾਲ ਦੇ ਰਹੇ ਨੇ। ਅਜ਼ਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਸਤਾਰਾ। ਅਜ਼ਾਮਲ ਦਾ ਪਿਤਾ ਬਾਦਸ਼ਾਹ ਦੇ ਦਰਬਾਰ ਵਿੱਚ ਕਥਾ ਕਰਦਾ ਸੀ। ਅਜ਼ਾਮਲ ਛੋਟਾ ਸੀ, ਉਸ ਵੇਲੇ ਪੜ੍ਹਦਾ ਸੀ। ਜਦੋਂ ਪੜ੍ਹਨ ਜਾਂਦਾ ਸੀ, ਉਸ ਦਾ ਜਿਹੜਾ ਗੁਰੂ ਮਾਸਟਰ ਸੀ, ਜਿਹੜਾ ਉਸ ਦਾ ਪੜ੍ਹਾਉਂਦਾ ਸੀ, ਉਹਨੇ ਦੇਖਿਆ ਕਿ ਬੱਚਾ ਤਾਂ ਬਹੁਤ ਸਿਆਣਾ ਪੜ੍ਹਦਾ ਹੈ, ਪਰ ਰਸਤਾ ਇਹਦਾ ਗਲਤ ਹੈ। ਉਸ ਨੇ ਸਮਝਾਇਆ, ਬੇਟਾ ਤੂੰ ਪੜ੍ਹਨ ਆਉਣਾ ਤੇ ਇਸ ਰਸਤੇ ਨਹੀਂ ਆਉਣਾ, ਬਾਜ਼ਾਰ ਵਿੱਚੋਂ ਲੰਘ ਕੇ ਇਸ ਰਸਤਾ ਬਦਲ ਲੈ, ਇੱਧਰੋਂ ਦੀ ਆਇਆ ਕਰ, ਇੱਧਰੋਂ ਦੀ ਜਾਇਆ ਕਰ, ਇਸ ਰਸਤੇ ਨਾ ਆਇਆ ਜਾਇਆ ਕਰ ਤੂੰ। ਲੇਕਿਨ ਮਨ ਇੱਕ ਐਸਾ ਸ਼ੈਤਾਨ ਹੈ ਬੰਦੇ ਦੇ ਅੰਦਰ, ਜਿੱਧਰੋਂ ਮੋੜੀਏ ਉੱਧਰ ਜ਼ਰੂਰ ਇਹਨੇ ਦੇਖਣ ਜਾਣਾ ਵੀ ਹੈ ਕੀ, ਇੱਥੇ ਕਿਉਂ ਮੋੜਦੇ ਆ ਮੈਨੂੰ ਇੱਧਰੋਂ। ਉੱਧਰੋਂ ਦੀ ਉਸਦੀ ਆਉਣਾ ਜਾਣਾ ਹੋ ਗਿਆ। ਉਹ ਬੇਸਵਾ ਦਾ ਬਾਜ਼ਾਰ ਸੀ, ਇੱਕ ਬੇਸਵਾ ਨਾਲ ਉਸਦਾ ਪਿਆਰ ਹੋ ਗਿਆ ਅਜ਼ਾਮਲ ਦਾ। ਇਹ ਸਿਲਸਿਲਾ ਚੱਲਦਾ ਰਿਹਾ। ਆਖਰ ਅਜ਼ਾਮਲ ਦਾ ਪਿਤਾ ਸਵਰਗਵਾਸ ਹੋ ਗਿਆ। ਰਾਜੇ ਨੂੰ ਇਹ ਪਤਾ ਸੀ ਕਿ ਅਜ਼ਾਮਲ ਪੜ੍ਹਦਾ ਬੇਟਾ ਉਸਦਾ ਕਥਾ ਵੀ ਜਾਣਦਾ, ਸਭ ਕੁਝ ਜਾਣਦਾ ਹੈ। ਜਦੋਂ ਇਹ ਚੀਜ਼ਾਂ ਵਿੱਚ ਆ ਜਾਂਦੀਆਂ, ਸਭ ਕੁਝ ਭੁੱਲ ਜਾਂਦਾ, ਕਥਾ ਕੁਥਾ ਸਭ ਬਹੁਤ ਦੂਰ ਰਹਿ ਜਾਂਦੀ ਹੈ। ਸਲਾਹ ਕੀਤੀ ਆਪਣੇ ਜਿਹੜੇ ਬਾਦਸ਼ਾਹ ਦੇ ਨਾਲ ਸੀ ਕਿ ਅਜ਼ਾਮਲ ਨੂੰ ਨਾ ਰੱਖ ਲਈਏ, ਅੱਛਾ ਲੱਗਦਾ ਹੈ। ਉਹ ਕੁਛ ਤਾਂ ਜਾਣਦੇ ਸੀ ਉਹਨਾਂ ਵਿੱਚੋਂ ਵੀ ਅਜ਼ਾਮਲ ਠੀਕ ਨਹੀਂ ਹੈ। ਤਾਂ ਬਾਦਸ਼ਾਹ ਕਿ ਕਿਹੜਾ ਬੋਲੇ, ਤੇ ਮਹਾਰਾਜ ਜੀ ਤੁਹਾਡੀ ਖੁਸ਼ੀ ਹੈ, ਰੱਖ ਲਓ। ਰੱਖਿਆ, ਪਾਠ ਕਰਨ ਲੱਗ ਪਿਆ। ਪਰ ਉਸ ਦੇ ਬਾਜ਼ਾਰ ਵਿੱਚੋਂ ਦੀ ਜ਼ਰੂਰ ਜਾਣਾ, ਉਸਨੇ ਉਹਨੂੰ ਮਿਲ ਕੇ ਆਉਣਾ ਬੇਸਬਾ ਨੂੰ। ਹੌਲੀ ਹੌਲੀ ਗੱਲ ਬਾਹਰ ਆ ਗਈ, ਬਾਦਸ਼ਾਹ ਤੱਕ ਚਲੀ ਗਈ ਕਿ ਬਾਦਸ਼ਾਹ ਜਿਹੜਾ ਅਜ਼ਾਮਲ ਕਥਾ ਕਰਨ ਵਾਸਤੇ ਆਉਂਦਾ ਹੈ, ਉਹ ਤਾਂ ਬੇਸਵਾ ਦੇ ਪਾਸ ਜਾਂਦਾ ਪਹਿਲੇ, ਫਿਰ ਕਥਾ ਕਰਦਾ ਹੈ। ਇਹ ਚੰਗੀ ਗੱਲ ਨਹੀਂ, ਇਹ ਬਦਨਾਮੀ ਹੁੰਦੀ ਹੈ ਦਰਬਾਰ ਦੀ। ਬਾਦਸ਼ਾਹ ਨੇ ਕਿਹਾ, ਅਗਰ ਇਸ ਤਰ੍ਹਾਂ ਤਾਂ ਉਸਨੂੰ ਕੱਢ ਦਿਓ। ਬਾਦਸ਼ਾਹ ਨੇ ਹੁਕਮ ਦੇ ਦਿੱਤਾ, ਉਸਨੂੰ ਦੇਸ ਨਿਕਾਲਾ ਦੇ ਦਿੱਤਾ, ਜਾ ਮੇਰੇ ਰਾਜ ਵਿੱਚੋਂ ਬਾਹਰ ਚਲੇ ਜਾ। ਪਹਿਲਾਂ ਸਮਝਾਇਆ ਬੁਝਾਇਆ ਹੋਏਗਾ ਉਸਨੂੰ, ਨਹੀਂ ਮੁੜਿਆ। ਕਿਤੇ ਵੀ ਚਲੇ ਜਾਈਏ ਅਸੀਂ ਘਰ ਬਾਰ ਛੱਡ ਕੇ, ਸਾਡੀਆਂ ਜ਼ਰੂਰਤਾਂ ਸਾਡੇ ਨਾਲ ਜਾਣਗੀਆਂ। ਨੈਸੈਸਰੀਜ਼ ਆਫ ਲਾਈਫ, ਰੋਟੀ ਪਾਣੀ, ਘਰ ਬਾਰ, ਕੱਪੜਾ ਕਿੱਥੋਂ ਲੈਣਾ। ਜੰਗਲਾਂ ਵਿੱਚ ਕੀ ਸੀ, ਆਪਣਾ ਦੇਸ਼ ਨਿਕਾਲਾ ਦੇ ਦਿੱਤਾ ਉਸਨੂੰ। ਜੋ ਪੈਸਾ ਹੈ ਸੀ ਉਹ ਤਾਂ ਨਾਲ ਲੈ ਗਿਆ, ਆਪਣਾ ਜੋ ਕੁਛ ਦੋਵਾਂ ਦੇ ਪਾਸ ਹੈ ਸੀ। ਜੇ ਬੰਦਾ ਕਮਾਈ ਨਾ ਕਰੇ, ਖੂਹ ਭਰੇ ਵੀ ਖੂਹ ਖਾਲੀ ਹੋ ਜਾਂਦੇ। ਖੂਹ ਵੀ ਭਰੇ ਹੋਣ ਪੈਸਿਆਂ ਦੇ ਨਾਲ, ਉਸਨੇ ਜੇ ਅੱਗੇ ਨਾ ਕਮਾਈ ਕਰੇ ਤੇ ਉਹ ਖਾਲੀ ਹੋ ਜਾਂਦੇ ਆ। ਜਿਤਨਾ ਕੁ ਜੋ ਕੁਛ ਹੈਗਾ ਸੀ ਖਾ ਪੀ ਲਿਆ, ਮੁੱਕੇ ਪੈਸੇ, ਜੰਗਲਾਂ ਵਿੱਚ ਚਖਾ ਮਾਰਦਾ ਫਿਰਦਾ ਹੈ। ਆਖਰ ਇਸ ਪੇਟ ਇੱਕ ਐਸੀ ਚੀਜ਼ ਹੈ ਸਾਡਾ, ਅਸੀਂ ਕੰਮ ਕਰੀਏ ਨਾ ਕਰੀਏ, ਇਹਨੇ ਆਪਣੇ ਟਾਈਮ ਨਾਲ ਰੋਟੀ ਮੰਗ ਲੈਣੀ ਹੈ। ਉਹ ਦੇਣਾ ਹੀ ਪੈਣਾ ਸਾਨੂੰ ਕੁਛ ਨਾ ਕੁਛ ਇਸ ਨੂੰ, ਪੇਟ ਨੂੰ। ਰੋਟੀ ਤੋਂ ਭੁੱਖੇ ਮਰਨ ਲੱਗੇ, ਬੱਚੇ ਵੀ ਹੈ ਸੀ ਨਾਲ। ਆਖਰ ਉਸਨੇ ਜੰਗਲਾਂ ਵਿੱਚੋਂ ਚਿੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਚਿੜੀਆਂ, ਜਾਨਵਰ ਛੋਟੇ ਛੋਟੇ ਮਾਰਨੇ ਔਰ ਉਹਨਾਂ ਨੂੰ ਭੁੰਨ ਕੇ ਖਾ ਲੈਣਾ ਅੱਗ ਦੇ ਉੱਤੇ। ਦੇਖੋ ਕਿੱਥੇ ਬਾਦਸ਼ਾਹ ਦਾ ਦਰਬਾਰ ਦਾ ਪੰਡਤ ਕਰਮ ਕਿੱਥੇ ਲੈ ਗਿਆ ਉਸਨੂੰ, ਇੱਕ ਮਾੜਾ ਕਰਮ ਕਿੱਥੇ ਲੈ ਕੇ ਗਿਆ। ਇਹ ਕਮਜ਼ੋਰੀ ਸੀ ਉਸਦੀ। ਉਸਦੀ ਕਮਜ਼ੋਰੀ ਨੇ, ਹਰ ਬੰਦੇ ਦੀ ਕਮਜ਼ੋਰੀ ਬੰਦੇ ਦੀ ਬਦਨਾਮੀ ਕਰਾਉਂਦੀ ਹੈ। ਕੋਈ ਵੀ ਕਮਜ਼ੋਰੀ ਕਿਸੇ ਵਿੱਚ ਹੈ, ਚਾਹੇ ਕੋਈ ਬਾਦਸ਼ਾਹ ਹੈ, ਚਾਹੇ ਕੋਈ ਦੁਨਿਆਵੀ ਬੰਦਾ ਹੈ, ਚਾਹੇ ਕੋਈ ਸਾਧੂ ਮਹਾਤਮਾ ਹੈ, ਇੱਕ ਉਹਦੀ ਕਮਜ਼ੋਰੀ ਵਿੱਚ ਹੈ ਤੇ ਕਿਤੇ ਵੀ ਉਸ ਨੂੰ ਡਾਊਨ ਟੂ ਦੀ ਅਰਥ, ਜ਼ਮੀਨ ਤੇ ਲਿਆ ਕੇ ਪੁੱਠਾ ਸੁੱਟ ਸਕਦੀ ਹੈ। ਇਹ ਕਮਜ਼ੋਰੀ ਸੀ ਉਸਦੀ। ਖਾਣ ਲੱਗ ਪਿਆ ਉਹ ਚਿੜੀਆਂ, ਮਾਰ ਮਾਰ ਕੇ ਖਾਣੀਆਂ। ਬੱਚੇ ਵੀ ਹੋ ਗਏ, 2-3 ਬੱਚੇ ਵੀ ਪੈਦਾ ਹੋਏ, ਕੁੱਲੀ ਪਾ ਲਈ ਅੱਖਾਂ ਦੀ। ਪਛਤਾਉਂਦਾ ਤਾਂ ਹੈ ਸੀ ਆਪਣੀ ਕੀਤੀ ਨੂੰ, ਪਰ ਉਹ ਵਕਤ ਨਿਕਲ ਚੁੱਕਾ ਸੀ ਹੱਥੋਂ। ਵਕਤ ਦਾ ਫਿਰ ਕੋਈ ਪਤਾ ਨਹੀਂ ਕਦੋਂ ਵਕਤ ਕੋਈ ਚੰਗੀ ਦਸਤਕ ਦੇ ਦੇਵੇ ਘਰ ਵਿੱਚ ਆ ਕੇ, ਜਾਂ ਕੋਈ ਕਿਸੇ ਬੰਦੇ ਦੇ ਕਰਮ ਫੇਰ ਜਾਗ ਪੈਣ। ਇੱਕ ਦਿਨ ਐਸਾ ਹੋਇਆ,
ਇੱਕ ਸਾਧੂ ਜੰਗਲ ਵਿੱਚ ਤਪੱਸਿਆ ਕਰਦਾ ਸੀ। ਛੋਟੀ ਜਿਹੀ ਕੁਟੀਆ ਪਾਈ ਸੀ ਉਸਨੇ। ਬਾਰਿਸ਼ ਜ਼ਿਆਦਾ ਹੋਈ, ਪਾਣੀ ਆ ਗਿਆ। ਸੋਚਦਾ ਮੈਂ ਕੁਟੀਏ ਤੋਂ ਬਾਹਰ ਚਲੇ ਜਾਣਾ, ਥੋੜ੍ਹਾ ਚਿਰ ਕੋਈ ਸੁੱਕੇ ਥਾਂ ਚਲਾ ਜਾਊਂਗਾ ਤੇ ਉੱਥੇ ਰਹਿ ਕੇ ਟਾਈਮ ਪਾਸ ਕਰ ਲੂੰਗਾ ਆਪਣਾ। ਫਿਰ ਜਦੋਂ ਪਾਣੀ ਘੱਟ ਜਾਏਗਾ ਫਿਰ ਮੈਂ ਵਾਪਸ ਆ ਜਾਵਾਂਗਾ। ਜੰਗਲ ਵਿੱਚੋਂ ਬਾਹਰ ਨਿਕਲਿਆ, ਥੋੜ੍ਹਾ ਜਿਹਾ ਹੋਰ ਅੱਗੇ ਗਿਆ, ਹੋਰ ਅੱਗੇ ਗਿਆ। ਉੱਥੇ ਦੇਖੀ ਇੱਕ ਕੁਟੀਆ। ਸੋਚਿਆ ਕਿ ਇੱਥੋਂ ਮੈਨੂੰ ਆਸਰਾ ਮਿਲ ਜਾਏਗਾ, ਕੋਈ ਰਾਤ ਕੱਟਣ ਦਾ, ਰੋਟੀ ਮਿਲ ਜਾਏਗੀ ਖਾਣ ਨੂੰ। ਗਿਆ, ਕੁਟੀਆ ਦਾ ਦਰਵਾਜ਼ਾ ਖੜਕਾਇਆ। ਉਹ ਅਜ਼ਾਮਲ ਰਹਿੰਦਾ ਸੀ ਉੱਥੇ, ਪਾਪੀ ਅਜ਼ਾਮਲ, ਜਿਸ ਦੀ ਬਾਣੀ ਆ ਰਹੀ ਹੈ। ਉਹ ਜੰਗਲ ਵਿੱਚ ਚਿੜੀਆਂ ਮਾਰਨ ਵਾਸਤੇ ਗਿਆ ਸੀ, ਹੋਰ ਕੁਛ ਪਕੜ ਪੁੜ ਕੇ ਲਿਆਉਣਾ, ਆਪਣੇ ਬੱਚਿਆਂ ਨੂੰ ਦੇਣਾ ਤਾਂ ਕੁਛ ਹੈ ਹੀ ਸੀ। ਹੁਣ ਘਰ ਦੀ ਘਰ ਸੀ। ਦੇਖਿਆ ਮਹਾਤਮਾ ਜੀ ਆਏ, ਅੰਦਰ ਬਿਠਾਇਆ ਉਸਨੂੰ। ਹੁਣ ਸੋਚਦੀ ਹੈ ਕਿ ਮੈਂ ਇਸ ਨੂੰ ਖਾਣ ਵਾਸਤੇ ਕੀ ਦੇਵਾਂ। ਹੁਣ ਆਹ ਚਿੜੀਆਂ ਜਿਹੜੀਆਂ ਮਾਰ ਕੇ ਕੜਾਹੀ 'ਚ ਪਾਈਆਂ ਸੀ, ਇਹ ਤਾਂ ਥੋੜ੍ਹੇ ਮਹਾਤਮਾ ਨੂੰ ਦੇਣੀਆਂ ਕਿ ਅਸੀਂ ਕਰਮਾਂ ਦੇ ਮਾਰੇ ਹਾਂ, ਹੋਰ ਅਸੀਂ ਸਾਡਾ ਕੋਈ ਨੁਕਸਾਨ ਹੋਏਗਾ। ਉਸ ਨੂੰ ਚੇਤੇ ਆਇਆ ਕਿ ਮੈਂ ਥੋੜ੍ਹੇ ਜਿਹੇ ਛੋਲੇ ਬਚਾ ਕੇ ਰੱਖੇ ਸੀ ਕੁੱਲੀ ਦੇ ਵਿੱਚ, ਦੇਖਦੀ ਹਾਂ ਜੇ ਉਹ ਲੱਭ ਜਾਣ ਮੈਨੂੰ। ਥੋੜ੍ਹੇ ਜਿਹੇ ਛੋਲੇ ਉਸ ਨੂੰ ਮਿਲ ਗਏ, ਉਹਨੇ ਮਹਾਤਮਾ ਨੂੰ ਦੇ ਦਿੱਤੇ। ਮਹਾਤਮਾ ਜੀ ਇਹ ਖਾ ਲਓ, ਆ ਪਾਣੀ ਪੀ ਲਿਓ, ਮੇਰੇ ਕੋਲ ਹੋਰ ਕੁਛ ਹੈ ਨਹੀਂ ਦੇਣ ਨੂੰ। ਉਹਨੇ ਕਿਹਾ ਬੇਟਾ ਬਹੁਤ ਕੁਛ ਹੈ ਹੋਈ, ਮੈਂ ਚਲੇ ਜਾਣਾ, ਜਦੋਂ ਬਾਰਿਸ਼ ਹਟ ਗਈ ਮੈਂ ਚਲੇ ਜਾਣਾ, ਰਾਤ ਕੱਟਣੀ ਹੈ। ਅਜ਼ਾਮਲ ਬਾਹਰੋਂ ਆਇਆ, ਕਹਿੰਦੇ ਕੌਣ ਆਏ ਨੇ? ਕਹਿੰਦੇ ਮਹਾਤਮਾ ਆਏ ਨੇ ਜੰਗਲ ਵਿੱਚੋਂ, ਬਾਰਿਸ਼ ਹੋ ਰਹੀ ਸੀ, ਰਾਤ ਕੱਟਣੀ, ਇਸਨੇ ਚਲੇ ਜਾਣਾ। ਕਹਿੰਦੇ ਖਾਣ ਨੂੰ ਕੀ ਦਿੱਤਾ ਹੀ? ਕਹਿੰਦੇ ਕੀ ਲਿਆ ਕੇ ਰੱਖਿਆ ਸੀ, ਜਿਹੜਾ ਦੇਣਾ ਸੀ। ਕੀ ਦੇਣਾ ਸੀ ਮਹਾਤਮਾ ਨੂੰ? ਮੈਂ ਆਪਣੇ ਕੀਤੇ ਹੋਏ ਕਰਮ ਨੂੰ ਪਛਤਾਉਂਦੇ ਸੀ ਦੋਵੇਂ, ਸਾਡੇ ਪਾਸੋਂ ਗਲਤੀਆਂ ਹੋਈਆਂ, ਲੇਕਿਨ ਕੁਛ ਗਲਤੀਆਂ ਐਸੀਆਂ ਹੁੰਦੀਆਂ ਜਿਹੜੀਆਂ ਵਾਪਸ ਨਹੀਂ ਮੁੜਦੀਆਂ। ਕੁਛ ਗਲਤੀਆਂ ਇਨਸਾਨ ਕੋਲ ਐਸੀਆਂ ਹੋ ਜਾਂਦੀਆਂ ਮੁੜ ਕੇ ਵਾਪਸ ਮੁੜਨ ਜੋਗਾ ਹੁੰਦਾ ਹੀ ਨਹੀਂ। ਫਿਰ ਵੀ ਕੀ ਦਿੱਤਾ ਇਸ ਨੂੰ? ਕਹਿੰਦੀ ਕੁਛ ਨਹੀਂ ਦਿੱਤਾ, ਬਸ ਛੋਲੇ ਸੀ ਥੋੜ੍ਹੇ ਜਿਹੇ ਮੇਰੇ ਪਾਸ ਪਏ, ਬੜੇ ਚਿਰ ਦੇ ਪਏ ਸੀ, ਉਹ ਕੁੱਲੀ ਵਿੱਚ ਮੈਂ ਰੱਖੇ ਸੀ ਉੱਪਰ, ਤੇ ਉਹ ਮੈਂ ਦਿੱਤੇ ਆ ਉਸ ਨੂੰ। ਅਜ਼ਾਮਲ ਜਾਣਦਾ ਸੀ ਕਿ ਮੈਂ ਬਹੁਤ ਮਾੜੇ ਕਰਮ ਕੀਤੇ ਹੈ, ਜਿਸ ਦੀ ਮੈਂ ਸਜ਼ਾ ਭੁਗਤ ਰਿਹਾ ਜੰਗਲਾਂ ਦੇ ਵਿੱਚ। ਚਲੋ ਅੱਜ ਘਰ ਵਿੱਚ ਮਹਾਤਮਾ ਜੀ ਆਏ ਨੇ, ਕੋਈ ਇਹਨਾਂ ਕੋਲ ਪਾਸੋਂ ਕੋਈ ਫਾਇਦਾ ਲੈ ਲਈਏ ਸੀ। ਮਹਾਤਮਾ ਜੀ ਸਵੇਰੇ ਤੁਰਨ ਲੱਗੇ, ਅੱਗੇ ਹੋ ਗਿਆ, ਮਹਾਤਮਾ ਜੀ ਮੇਰੇ ਤੇ ਦਇਆ ਕਰੋ, ਮੈਂ ਭੜਕ ਚੁੱਕਾ, ਜੰਗਲਾਂ 'ਚ ਧੱਕੇ ਖਾ ਰਿਹਾ। ਦੱਸੀ ਆਪਣੀ ਸਾਰੀ ਕਥਾ, ਸਾਰਾ ਜੋ ਦੱਸਿਆ। ਮੇਰਾ ਬਾਪ ਇਸ ਤਰ੍ਹਾਂ ਸੀਗਾ, ਕਥਾ ਕਰਦਾ ਸੀ, ਬਾਦਸ਼ਾਹ ਨੇ ਮੈਨੂੰ ਰੱਖ ਲਿਆ। ਔਰ ਮੇਰਾ ਜਿਹੜਾ ਗੁਰੂ ਸੀ, ਜਿਹੜਾ ਮੈਨੂੰ ਪੜ੍ਹਾਉਂਦਾ ਸੀ, ਉਹਨੇ ਮੈਨੂੰ ਕਹਿੰਦਾ ਸੀ ਇੱਧਰ ਨਾ ਜਾਈਂ, ਇੱਧਰ ਨਾ ਜਾਈਂ, ਇਸ ਰਸਤੇ ਨਾ ਜਾਇਆ ਕਰ। ਮੈਂ ਉਹਦੀ ਗੱਲ ਮੰਨੀ ਨਹੀਂ। ਅੱਜ ਮੈਂ ਧੱਕੇ ਖਾ ਰਿਹਾ, ਜੰਗਲਾਂ ਵਿੱਚ ਧੱਕੇ ਖਾ ਰਿਹਾ, ਮੈਂ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ। ਤੇ ਅੱਜ ਮੇਰਾ ਇਹ ਹਾਲਾਤ ਹੋ ਗਿਆ, ਮੈਂ ਚਿੜੀਆਂ ਮਾਰ ਮਾਰ ਕੇ ਖਾਂਦਾ। ਮੇਰੇ ਤੇ ਦਇਆ ਕਰੋ, ਮੇਰੇ ਤੇ ਮੈਂ ਇਸ ਪਾਪ ਤੋਂ ਹਟ ਜਾਵਾਂ ਔਰ ਪ੍ਰਭੂ ਦੇ ਨਾਲ ਮੈਂ ਜੁੜ ਜਾਵਾਂ। ਆਪਣਾ ਸਭ ਕੁਛ ਬੰਦੇ ਨੂੰ ਚੇਤਾ ਹੁੰਦਾ, ਠੋਕਰ ਲੱਗਦੀ ਹੈ ਫਿਰ ਬੰਦੇ ਨੂੰ ਹੋਸ਼ ਆਉਂਦੀ ਹੈ। हिना रंग लाती है पत्थर में घिस जाने के बाद, अकल आती है इंसान को ठोकरें खाने के बाद। तो जब ठोकर लगती, जदों अकल आती, फिर बकत कित्थे हथ आउंदा। फिर आखिर महात्मा जी ने कहा, बेटा तेरे घर एक बच्चा पैदा होएगा, तू उसका नाम नारायण रख लई। आउंदे जांदे उसनूं आवाज़ मारी, नारायण नारायण नारायण, तेरी बिरती बदल जाएगी, तेरे परमात्मा का नाम याद आएगा। कुछ लोग ऐसे भी होंदे ने, इतनी कट्टरता होंदी उन्हां विच कि वो राम का नाम ही नहीं लेना चाहते। मरने मर जाएंगे वो लोग तड़प के, लेकिन राम का नाम नहीं लैणगे। एक बजुर्ग किते उसकी आखिरी टाइम आ गया, दुनिया तो जाना सी, तड़फे मंजी ते पिया, बुरा हाल। तू आखना राम आख, राम का नाम लै तू, कहता नहीं लेना।
कहता तू सौखा हो जाएगा, तेरी जान निकल जाएगी, तेरी मुक्ति हो जाएगी, राम का नाम लै। कहता नहीं लेना, बिल्कुल नहीं लेना, लेना ही नहीं। आखिर उन्होंने एक रिश्तेदारी विचों सारे इकट्ठे होए दे सी, जवाई सी, उसका नाम राम सी। कहते चलो उन्होंने लैके आने, फिर तो बोलेगा ही कुछ ना कुछ। ये देख के वो हल लियाए है, आ देख पछाण कौन आया है। देखा उन्हें, देखा, कहते की ना है इहदा, पर राम नहीं मूँह निकलिया। कहते कुड़ी दे घर वाला और कौन है, ये कुड़ी दे घर वाला राम। फिर नहीं उसनूं क्या, इतनी कट्टरता हुंदी बंदियां दे विच, कईयां दे विच, कि मालक का नाम लेना ही नहीं। सो मैं दस रहा सी अजामल दी साखी। अजामल नूं समझाया कि सारियां गल्लां छड्ड दे, इस वेले मैं आया घर विच, कुछ दया भी की होगी, उन्होंने मेहरबानी की होगी। और नारायण का नाम लैण दे नाल उहदी मुक्ति हो गई, जो गुरु साहब जी बाणियों द्वारा समझा रहे हैं। अजामल पापी जग जाने निमख माहे नस्तारा। जे इतने बड़े पापियों का उद्धार हो सकता प्रभु की शरण में जाण दे नाल, तो साडा क्यों नहीं हो सकता भाई? क्यों नहीं असी अच्छे इंसान बन सकते? क्यों नहीं असी अपने मालिक के पास जा सकते? हर एक को अधिकार दिता मालिक ने। इतने कोई जात पात का मसला नहीं है, जात पात ना पूछे कोई, हर का भजे सो हर का होई। जिहड़ा मालिक नूं सिमरदा है वो ही प्यारा उसनूं, ते जातां पातां दा काम नहीं। अमल देखे जाणगे साडे, अमलां ते होणगे ने बेड़े, खड़ियां रहणगियां जातां। बड़े बड़े जातां दा अभिमान करने वाले डुब गए ने। मैं पहले भी कई बार गल कह चुका कि साड़ी जात है की, साड़ी जात है की, किसी ने पता है साड़ी की जात है? उस मालिक दे घरों सिर्फ दो जातां आईयां, एक औरत एक पुरुष, इसनूं कोई नहीं मिट सकता। बाकी जिस परिवार में कोई पैदा हो गया उही उसका नाम पै गया। जिस मालिक ने सानू पैदा किया उसकी केड़ी जात है? जे साडे पैदा करने वाले की कोई जात नहीं, साड़ी की जात हो सकती है? मानस की जात सब एक पहचान वो, अब्बल अल्लाह नूर पाया कुदरत के सब बंदे, एक नूर से सब जग उपजे। कौन भले कौन मंदे? किनू असी माड़ा आखण दे, किनू चंगा आखण दे? सारे तो उन्हें पैदा किए रहे, एक नूर तो पैदा हुए ने सारे। इत्थे आके असी डिविजन कर लईआं, ये फलाना है, ये फलाना है, फलाना नहीं। साडे मजहब बखरे बखरे हो सकते हैं, धर्म बखरे बखरे हो सकते साडे, लेकिन मालिक सब दा एक है, दो नहीं है। धर्म बखरे बखरे अपना ले, धर्मां की लड़ाई हो रही है। असी फलाने धर्म दे, असी फलाने धर्म दे, असी फलाने धर्म दे, लेकिन मालिक तो सबका एक है। धर्म अनेक हो सकते हैं, लेकिन मालिक दो नहीं है, मालिक तो एक है सभी का। इस करके गुरु साहब जी समझा रहे हैं कि अजामल पापी इतना पापी सी, उसका उद्धार हो गया, साडा नहीं हो सकता। प्रभु की शरण में गया, मालिक का सिमरन किया आखिरी समय में उसने, उसका भी अज इतिहास में ना आ गया है। बेशक पहला पंडित सी, फिर पापी बनिया, फिर उस तो बाद देख लो उन्होंने भी अज 9वीं पातशाही गुरु तेग बहादुर जी महाराज की बाणी असी सुन रहे हैं सारे, उन्होंने भी उद्धार होया। हाँ जी। अजमल पापी जग जाने, निमख माहे निस्तारा। नानक कहत चेत चिंता मान, तै भी उतरे पारा। गुरु साहब जी शब्द समाप्त करते हुए बड़े प्यार के नाल फरमा रहे ने,
ਨਾਨਕ ਕਹੇ ਚੇਤ ਚਿੰਤਾ ਮਨ। ਪਹਿਲੇ ਤੁਕ 'ਚ ਗੁਰੂ ਸਾਹਿਬ ਨੇ ਕੀ ਲਿਖਿਆ ਸੀ? ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਐ ਮਨ ਆ ਜਾ ਤੂੰ ਵੀ ਉਸ ਮਾਲਕ ਨੂੰ ਚੇਤਾ ਕਰ। ਨਾਨਕ ਕਹੇ ਚੇਤ ਚਿੰਤਾ ਮਨ ਤੋ ਹੋ ਉਤਰੇ ਪਾਰਾ। ਤੂੰ ਵੀ ਆ ਜਾ ਪ੍ਰਭੂ ਦੀ ਸ਼ਰਨ ਵਿੱਚ। ਕਿਉਂ ਬਾਹਰ ਬਾਹਰ ਧੱਕੇ ਖਾ ਰਿਹਾ ਹੈ? ਇਹ ਮਨ ਬ੍ਰਹਮ ਦੀ ਅੰਸ਼ ਹੈ, ਇਹ ਵੀ ਆਪਣਾ ਘਰ ਛੱਡ ਚੁੱਕਾ ਹੈ, ਇੱਥੇ ਆ ਕੇ ਦੁਖੀ ਹੋਇਆ ਹੈ। ਆ ਜਾ ਤੂੰ ਵੀ ਪ੍ਰਭੂ ਦੀ ਸ਼ਰਨ ਵਿੱਚ, ਤੇਰਾ ਵੀ ਉਦਾਰ ਹੋ ਜਾਏਗਾ। ਇਹ ਵੀ ਭੜਕਦਾ ਫਿਰਦਾ ਹੈ। ਜਨਮ ਦਰ ਜਨਮ ਧੱਕੇ ਖਾਂਦੇ ਆ ਰਹੇ ਸੀ, ਦੁਖੀ ਹੋਏ ਸੀ। ਇੱਕ ਜਨਮ ਔਰ ਮਰਨ ਦਾ ਭੇਦ ਉਸ ਮਾਲਕ ਨੇ ਆਪਣੇ ਪਾਸ ਰੱਖਿਆ, ਸਾਨੂੰ ਨਹੀਂ ਦਿੱਤਾ, ਉਸਨੇ ਨਹੀਂ ਪਤਾ। ਸਾਨੂੰ ਇਹ ਨਹੀਂ ਪਤਾ ਸੀ ਸਾਡਾ ਪਿਛਲਾ ਜਨਮ ਕਿਹੜਾ ਹੈ, ਕਿੱਥੋਂ ਆਏ ਹਾਂ, ਜਿਸ ਪਰਿਵਾਰ ਵਿੱਚ ਆਏ ਹਾਂ ਇਹਦੇ ਨਾਲ ਸਾਡਾ ਕੀ ਸੰਬੰਧ ਹੈ, ਕੀ ਸਾਡਾ ਲਿੰਕ ਹੈ ਇਹਦੇ ਨਾਲ। ਸਾਡੇ ਘਰ ਜਿਹੜੇ ਬੱਚੇ ਆਏ ਨੇ ਕੌਣ ਨੇ? ਕਈ ਪਰਿਵਾਰਾਂ ਵਿੱਚ ਐਸੇ ਜੀਵ ਆ ਜਾਂਦੇ ਹੈ, ਘਰ ਵਿੱਚ ਬੱਚੇ ਪੈਦਾ ਹੋ ਜਾਂਦੇ ਹੈ, ਸਾਰੇ ਘਰ ਦੀ ਸ਼ਾਂਤੀ ਭੰਗ ਕਰ ਦਿੰਦੇ ਆ। ਇਕੱਲੇ ਨੇ ਸਾਰਿਆਂ ਨੂੰ ਵਕਤ ਨੂੰ ਫੜਿਆ ਹੁੰਦਾ ਹੈ। ਆਖਰ ਮਾਤਾ ਪਿਤਾ ਕੀ ਕਹਿੰਦੇ ਫਿਰ? ਪਰ ਜਿੰਨਾ ਤੂੰ ਸਾਨੂੰ ਦੁਖੀ ਕੀਤਾ, ਤੂੰ ਜੰਮਦਾ ਹੀ ਮਰ ਜਾਂਦਾ ਤੇ ਚੰਗਾ ਸੀ। ਉਹਨੇ ਤੰਗ ਕਰਨਾ ਹੈ, ਆਇਆ ਹੀ ਇਸੇ ਵਾਸਤੇ। ਉਹਨੇ ਆਪਣਾ ਹਿਸਾਬ ਕਿਤਾਬ ਲੈਣਾ ਸਾਡੇ ਕੋਲੋਂ। ਇਹ ਦੁਨੀਆ ਦੇ ਸੰਬੰਧਾਂ ਵਿੱਚ ਅਸੀਂ ਫਸ ਕੇ ਉਸ ਮਾਲਕ ਨੂੰ ਭੁੱਲੀ ਬੈਠੇ ਅਸੀਂ ਸਾਰੇ। ਸਾਨੂੰ ਬਿਲਕੁਲ ਹੀ ਮੌਤ ਹੀ ਭੁੱਲ ਗਈ ਕਿ ਅਸੀਂ ਦੁਨੀਆ ਤੋਂ ਜਾਣਾ ਕਿ ਨਹੀਂ। ਅਸੀਂ ਮਰਨਾ ਹੀ ਨਹੀਂ। ਫਲਾਣਾ ਮਰ ਗਿਆ, ਅਸੀਂ ਥੋੜ੍ਹੇ ਮਰਨਾ, ਲੇਕਿਨ ਮਰਨਾ ਸਭ ਨੇ। ਜਿਸ ਦਿਨ ਤੋਂ ਜੀਵ ਪੈਦਾ ਹੋਇਆ, ਕੋਈ ਵੀ ਜੀਵ ਪੈਦਾ ਹੋਇਆ, 84 ਲੱਖ ਜੂਨ ਮੈਂ ਦੱਸੀ ਹੈ ਕਿ ਕਿਤਨੀ ਬੜੀ ਹੈ। 23 ਲੱਖ ਕਿਸਮ ਦੇ ਦਰਖਤ ਨੇ, 27 ਲੱਖ ਕਿਸਮ ਦੇ ਕੀੜੇ ਮਕੌੜੇ ਪਤੰਗੇ ਉੱਡਣ ਵਾਲੇ, 14 ਲੱਖ ਕਿਸਮ ਦੇ ਪੰਛੀ, 9 ਲੱਖ ਕਿਸਮ ਦੇ ਜਲ ਦੇ ਜੀਵ, 4 ਲੱਖ ਕਿਸਮ ਦੇ ਜਿੰਨ, ਕਿੰਨਰ, ਇਨਸਾਨ, ਹੈਵਾਨ ਵਗੈਰਾ। ਇਹ 84 ਸਾਰੀ, ਇਨ ਸਾਰੀਆਂ ਜੂਨਾਂ 'ਚੋਂ ਅਸੀਂ ਭੋਤ ਕੇ ਨਿਕਲੇ ਹੋਏ ਹਾਂ ਅਸੀਂ, ਪਰ ਸਾਨੂੰ ਚੇਤਾ ਨਹੀਂ ਹੈ ਕਿ ਇਹਦੇ ਨਾਲ ਸਾਡਾ ਕੀ ਸੰਜੋਗ ਹੈ। ਕਿ ਜਦੋਂ ਅਸੀਂ ਪੈਦਾ ਹੋਏ ਸੀ ਸੋਚਿਆ ਸੀ ਅਸੀਂ ਇੱਥੇ ਜਾਵਾਂਗੇ, ਅਸੀਂ ਇਹ ਜਗ੍ਹਾ ਦੇਖਾਂਗੇ, ਜਾਂ ਇੱਥੇ ਆਵਾਂਗੇ, ਜਾਂ ਕਿੱਧਰ ਕਿੱਧਰ ਕਿਹੜੇ ਇਹ ਸੰਗਤ ਸਾਨੂੰ ਮਿਲੇਗੀ, ਪਤਾ ਨਹੀਂ। ਪਿੱਛੇ ਵੀ ਕਿਤੇ ਇਕੱਠੇ ਰਹੇ ਹੋਵਾਂਗੇ, ਕਿਤੇ ਤਾਈਓ ਸੰਜੋਗ ਰਲੇ ਸਾਡੇ ਸਾਰਿਆਂ ਦੇ, ਬਾਬਾ ਜੀ ਨੇ ਇਕੱਠਿਆਂ ਕੀਤਾ। ਵਿਛੜਿਆਂ ਨੂੰ ਪ੍ਰਭੂ ਮਿਲਦਾ ਹੈ, ਸਤਿਗੁਰੂ ਹੀ ਮਿਲ ਸਕਦਾ ਹੈ, ਕੌਣ ਮਿਲ ਸਕਦਾ ਸੀ? ਕਿੱਥੋਂ ਕਿੱਥੋਂ ਲਿਆ ਕੇ ਆਪਣੇ ਬੱਚਿਆਂ ਨੂੰ ਲੱਭ ਕੇ ਉਹਨੇ ਇਕੱਠਿਆ ਕੀਤਾ। ਇਹ ਸਤਿਗੁਰ ਦੀ ਵਡਿਆਈ ਹੈ। ਉਹਨੂੰ ਪਤਾ ਹੈ। ਵੱਡੇ ਮਹਾਰਾਜ ਜੀ ਦੇ ਬਚਨ ਮਹਾਰਾਜ ਜੀ ਸੁਣਾਉਂਦੇ ਹੁੰਦੇ ਸੀ, ਬਾਬਾ ਤੇਜਾ ਸਿੰਘ ਦੇ ਬਚਨ, ਕਿ ਮੈਂ ਆਪਣੀਆਂ ਰੂਹਾਂ ਚੂਹੇ ਦੇ ਖੋਡੇ ਚੋਂ ਵੀ ਕੱਢ ਕੇ ਲੈ ਆਉਣੀਆਂ, ਚੂਹੇ ਦੇ ਖੋਡੇ ਚੋਂ ਵੀ ਕੱਢ ਕੇ ਲੈ ਆਉਣੀਆਂ। ਲਿਆਂਦੀਆਂ ਨਹੀਂ ਉਸਨੇ। ਕਿੱਥੇ ਅੱਜ ਸੈਦਪੁਰ ਤੇ ਕਿੱਥੇ ਆ ਬਾਹਰਲੇ ਮੁਲਕ? ਜਾਣਦਾ ਵੀ ਨਹੀਂ ਸੀ ਕੋਈ ਸੈਦਪੁਰ ਨੂੰ। ਬਾਬਾ ਜੀ ਨੇ ਬੰਦਗੀ ਕੀਤੀ, ਉਹਨਾਂ ਦੇ ਤਪ ਦੇ ਨਾਲ ਸਭ ਕੁਛ ਬਣਿਆ। ਜੋ ਅੱਗੇ ਬਣ ਰਿਹਾ ਉਹ ਵੀ ਉਹਨਾਂ ਦੇ ਤਪ ਨਾਲ ਬਣ ਰਿਹਾ ਹੈ। ਲੇਕਿਨ ਸਾਡਾ ਇੱਕੋ ਹੀ ਫਰਜ਼ ਬਣਦਾ ਹੈ, ਜੋ ਅੱਜ ਸ਼ਬਦ ਸੁਣਿਆ, ਅਸੀਂ ਸ਼ਰਨ ਨਾ ਛੱਡੀਏ, ਲੱਗੇ ਰਹੀਏ, ਲੱਗੇ ਰਹੀਏ, लगा रहो पड़ा रहो धनी के द्वारे, तका धनी का खा। कदी ते धनी नवाज दूजे दर छोड़ ना जा। लगे रहिए हटिए ना। कदी तो साडा तरस आएगा नू कि मेरे ने कबीरा जब मरना है तो चल मरिए हर के द्वार। मत किते हर पुछे ही कौन डिग्गा बूए बाहर। जिस इन्ना पुछ लैणगे ना भी कौन है ये, साडा काम बन जाएगा। पर लगे रहिए। मुश्किल आउंदियां ने, थोड़ियां बहुत आउंदियां ने, परवाह नहीं करनी, लगे रहना। एक सतगुर वाल देखना, हो नहीं किसी वाले, अपने सतगुर नूं देखना, उन्होंने याद रखना, उन्होंने अगे रखना। ओहो ही साडा सब कुछ है, ओहो ही साडा सज्जन है, ओहो ही साडे माता पिता है, ओहो ही साडा देवता है, ओहो साडी विद्या है, ओहो ही साडा ज्ञान है। उन्हें सानू मुक्ति देनी है। बाबा जी ने दे भी रहे ने, सब कुछ कर भी रहे ने। साडा फर्ज बनता है प्रभु की शरण, जो दसिया गया आज सत्संग दे विच, कि तनों मनो लगे रहिए, दृढ़ विश्वास के नाल
ਇਹ ਜਨਮ ਸਾਡਾ ਖਾਲੀ ਨਾ ਚਲਾ ਜਾਵੇ ਕਿਤੇ। ਇਸੇ ਜਨਮ ਵਿੱਚ ਮੁਕਤੀ ਪ੍ਰਾਪਤ ਕਰਨੀ ਹੈ, ਹੋਰ ਜਨਮ ਨਹੀਂ ਲੈਣੇ। ਅਸੀਂ ਇਹੋ ਮੰਗਣਾ ਕਿ ਸਾਨੂੰ 84 ਜਨਮ ਬਾਬੇ ਚਲੇ ਜਾਈਏ ਕਿਤੇ ਗਲਤ ਕੰਮ ਕਰਕੇ। ਤੁਸੀਂ ਸਾਡੇ ਤੇ ਹੱਥ ਰੱਖਿਓ, ਅਸੀਂ ਅਣਜਾਣ, ਅਸੀਂ ਭੁੱਲ ਜਾਂਦੇ ਹਾਂ, ਫਿਰ ਦਇਆ ਕਰਨਗੇ ਜ਼ਰੂਰ। ਜੋ ਅੱਜ ਤੁਸੀਂ 9ਵੀਂ ਪਾਤਸ਼ਾਹ ਦੀ ਬਾਣੀ ਸੁਣੀ ਹੈ, ਇਹੋ ਹੀ ਸਿੱਖਿਆ ਮਿਲਦੀ ਹੈ ਤੋਂ ਕਿ ਬੜੇ ਬੜੇ ਪਾਪੀਆਂ ਦਾ ਉਧਾਰ ਹੋ ਗਿਆ, ਸਾਡਾ ਨਾ ਹੋਊਗਾ। ਅਸੀਂ ਉਹਦੀ ਸ਼ਰਨ ਵਿੱਚ ਜੁੜੇ ਰਹਾਂਗੇ, ਜ਼ਰੂਰ ਹੋਏਗਾ। ਇਸ ਗੱਲ 'ਤੇ ਸਾਨੂੰ ਆਪਣੇ ਸਤਿਗੁਰੂ 'ਤੇ ਮਾਣ ਹੋਣਾ ਚਾਹੀਦਾ ਕਿ ਸਾਡੇ 2 ਪਾਤਸ਼ਾਹੀਆਂ 2 ਸ਼ੇਰਾਂ ਦਾ ਦਰਬਾਰ ਹੈ। ਬੰਦਗੀ ਨਾਮ ਦੀ ਹੋਈ ਹੈ, ਦੂਸਰੀ ਬੰਦਗੀ ਨਹੀਂ ਹੋਈ। ਜਿਹੜੀ ਉਹਨਾਂ ਨੇ ਬੰਦਗੀ ਕੀਤੀ ਹੈ, ਅੱਜ ਇਤਿਹਾਸ ਪੜ੍ਹ ਕੇ ਦੇਖੀਏ ਤਾਂ ਬੜਾ ਔਖਾ ਹੈ, ਬੜਾ ਔਖਾ ਹੈ। ਜਿਸ ਤਰ੍ਹਾਂ ਉਹਨਾਂ ਬੰਦਗੀ ਕੀਤੀ ਹੈ, ਭੁੱਖਿਆਂ ਰਹਿ ਕੇ ਲੂਣ ਆਟਾ ਦਾਲ ਦੱਸਦੇ ਹੁੰਦੇ ਸੀ ਮਹਾਰਾਜ ਜੀ। ਭਈ ਵਿਆਹ ਸੇਵਾ ਸੀ ਮਹਾਰਾਜ ਦੀ, ਬਾਬਾ ਸੋਹਣ ਸਿੰਘ ਮਹਾਰਾਜ ਦੇ ਵਕਤ ਗੋਇਆਂ ਦੀ ਅੱਗ ਥੱਲੇ ਰੱਖ ਦੇਣੀ, ਆਪਣੀ ਛੋਟੀ ਜਿਹੀ ਤੌੜੀ ਹੁੰਦੀ ਸੀ ਮਿੱਟੀ ਦੀ, ਉਹਦੇ 'ਚ ਪਾ ਦੇਣਾ ਅਤੇ ਆਪਣੀ ਸੇਵਾ ਕਰਦੇ ਰਹਿਣਾ। ਪਤਾ ਹੁੰਦਾ ਸੀ ਹੁਣ ਇਹ ਰਲ ਗਿਆ, ਗਲ ਗਈ ਦਾਲ ਦੂਲ ਵਿੱਚ, ਚੌਲ ਚੂਲ ਆਟਾ ਰਲ ਗਿਆ, ਉਹ ਖਾ ਲੈਣਾ, ਫਿਰ ਭਜਨ ਕਰਨਾ। ਗੁਫਾ ਉੱਥੇ ਵੀ ਮਾਰੀ ਦੀ ਹੈਗੀ ਸੀ ਦਰਿਆ ਦੇ ਕੰਢੇ, ਲੇਕਿਨ ਟਹਿ ਢੁੱਕ ਗਈਆਂ, ਹੁਣ ਵਕਤ ਬੀਤ ਗਿਆ। ਉਹ ਇਹ ਬੰਦਗੀ ਹੋਈ ਹੈ, ਨਾਮ ਦੀ ਬੰਦਗੀ ਹੋਈ ਹੈ। ਸਾਰਿਆਂ ਨੂੰ ਪਤਾ ਵੀ ਹੈ ਸਾਨੂੰ, ਅਸੀਂ ਭੁੱਲਣਾ ਨਹੀਂ, ਆਪਣੇ ਸਤਿਗੁਰੂ ਨੂੰ ਯਾਦ ਰੱਖਣਾ। ਇਹ ਦਰਬਾਰ ਤੁਹਾਡਾ, ਆਇਓ ਪਿਆਰ ਲੈਣ ਵਾਸਤੇ, ਪਿਆਰ ਲੈ ਕੇ ਜਾਇਓ। ਪਿਆਰ ਹੀ ਸਭ ਕੁਛ ਹੈ। ਜੇ ਸਾਡਾ ਪਿਆਰ ਨਹੀਂ ਤਾਂ ਅਸੀਂ ਕੁਛ ਵੀ ਨਹੀਂ। ਜਿਤਨੇ ਵੀ ਬਾਬਾ ਜੀ ਦੇ ਬੱਚੇ ਆਏ ਨੇ, ਬਾਬਾ ਜੀ ਤੁਹਾਡੇ ਦਰਬਾਰ ਦੇ ਵਿੱਚ ਬੈਠੇ ਨੇ, ਇਸ ਵੇਲੇ ਇਹਨਾਂ ਦਾ ਧਿਆਨ ਸਿਰਫ ਤੁਹਾਡੇ ਵੱਲ ਹੈ। ਇਹਨਾਂ ਦਾ ਬੈਠਣਾ ਆਉਣਾ ਲਿਖਿਆ ਤੁਹਾਡਾ ਬਈ ਸਾਰਿਆਂ ਦਾ। ਆਉਂਦੇ ਰਹੋ ਸਾਰੇ। ਹਾਂਜੀ। ਨਾਨਕ ਕਹਿਤ ਚੇਤ ਚਿੰਤਾ ਮਾਨ, ਤੈ ਵੀ ਉਤਰ